माया मोह परम पै भूले। माया मोह परम पै भूले। सुत दारा सो प्रीत लगाई। एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की। गुर रामदास राखो शरणाई। जेता समुंद सागर नीर भरया। तेते अवगण हमारे। दया करो किछ मेहर उपावो। डुब दे पत्थर तारे। जियड़ा अग्न बराबर तपै। भीतर वगै काती। परनवत नानक हुक्म पछाणै। सुख होवै दिन राती। सज्जन सच्चा पातशाह। सिर शाहां दै साहो। जिस पास बैठिया सोहीऐ। सबनां दा वेसाहो। सज्जन सच्चा पातशाहो। सिर शाहां दै शाहो। जिस पास बैठिया सोहीऐ। सबनां दा वेसाहो। सतनाम श्री वाहिगुरु साहिब जी। सलोक संत उदरन दयालं। आसरं गोपाल कीर्तनः। निर्मलं संतु संगेन। ओट नानक परमेश्वर। संत उदरण दयालं। आसरं गोपाल कीर्तनः। निर्मलं संतु संगेन। ओट नानक परमेश्वर। चंदन चंद ना सरद रुत। मूल न मिटई काम। शीतल थीवै नानका। जपंदड़ो हर नाम। पौड़ी चरण कमल की ओट। उदरे सगल जाना। सुन प्रताप गोविंद। निर्भौ भय माना। टोट न आवै मूला। संचया नाम धन।
ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸਜੇ ਹੋਏ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅੱਜ ਜੋ ਸਤਿਗੁਰਾਂ ਨੇ ਪਾਵਨ ਪਵਿੱਤਰ ਅੰਮ੍ਰਿਤ ਸ਼ਬਦ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤਾ ਹੈ। ਜੈਤ ਸਰੀ ਕੀ ਵਾਰ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਉਚਾਰਨ ਕੀਤੀ ਹੋਈ ਹੈ। ਇਸ ਦੀ 17ਵੀਂ ਪੌੜੀ ਹੈ ਜੋ ਸਤਿਗੁਰਾਂ ਨੇ ਅੱਜ ਸਾਨੂੰ ਹੁਕਮ ਰੂਪ ਬਖਸ਼ਿਸ਼ ਕੀਤੀ ਹੈ। ਦਾਸ ਨੇ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਜੈਤਸਰੀ ਕੀ ਵਾਰ ਦੀਆਂ ਕੁੱਲ ਪੌੜੀਆਂ ਜੋ ਨੇ ਉਹ 20 ਨੇ ਔਰ ਇੱਕ ਇੱਕ ਪੌੜੀ ਦੇ ਨਾਲ ਸਤਿਗੁਰਾਂ ਨੇ 2-2 ਸ਼ਲੋਕ ਦਰਜ ਕੀਤੇ ਨੇ। ਭਾਵਾਂ ਕਿ ਦੂਸਰੇ ਸ਼ਲੋਕ ਉੱਪਰ ਸਰਲੇਖ ਸ਼ਲੋਕ ਨਹੀਂ ਪਾਇਆ, ਪਰ ਹੈ ਉਹ ਵੀ ਸ਼ਲੋਕ। 20 ਪੌੜੀਆਂ ਨੇ ਔਰ 40 ਸ਼ਲੋਕ ਨੇ ਔਰ ਇਸ ਵਾਰ ਦੇ ਅੰਦਰ ਪਹਿਲਾ ਜੋ ਸ਼ਲੋਕ ਹੈ ਹਰ ਪੌੜੀ ਵਿੱਚ, ਪਹਿਲਾ ਸ਼ਲੋਕ ਸਤਿਗੁਰਾਂ ਨੇ ਸਹਿਸਕ੍ਰਿਤੀ ਵਿੱਚ ਉਚਾਰਨ ਕੀਤਾ ਹੈ। ਸਾਰੀ ਵਾਰ ਵਿੱਚ ਮੈਂ ਫਿਰ ਅਰਜ਼ ਕਰਾਂ, 20 ਪੌੜੀਆਂ ਵਿੱਚ ਬੰਤਰ ਐਸੀ ਬਣਾਈ, ਤਰਤੀਬ ਇਹ ਦਿੱਤੀ, ਪਹਿਲਾ ਸ਼ਲੋਕ ਜਿਹੜਾ ਪੌੜੀ ਨਾਲ ਆਏਗਾ ਉਹ ਸਹਿਸਕ੍ਰਿਤੀ ਵਿੱਚ ਹੋਵੇਗਾ ਤੇ ਦੂਸਰਾ ਸ਼ਲੋਕ ਜਿਹੜਾ ਆਏਗਾ ਪੌੜੀ ਨਾਲ ਉਹ ਲਹਿੰਦੀ ਪੰਜਾਬੀ ਹੈ, ਉਹ ਲਹਿੰਦੀ ਦਾ ਹੈ। ਤੇ ਜਿਹੜੀ ਪੌੜੀ ਹੈ ਇਹ ਸਤਿਗੁਰਾਂ ਨੇ ਠੇਠ ਪੰਜਾਬੀ ਦੇ ਵਿੱਚ ਉਚਾਰਨ ਕੀਤੀ ਹੈ। 20 ਪੌੜੀਆਂ 40 ਸ਼ਲੋਕ ਨੇ। 17ਵੀਂ ਪੌੜੀ ਇਹ ਸਤਿਗੁਰੂ ਨੇ ਅੱਜ ਹੁਕਮ ਰੂਪ ਵਿੱਚ ਦਿੱਤੀ ਹੈ ਤੇ ਅੱਜ ਦੀ ਜੋ ਵਿਚਾਰ ਦਾ ਮਰਕਜ਼ ਜਾਂ ਵਿਸ਼ਾ ਜਾਂ ਧੁਰਾਕ ਹੈ ਉਹ ਇਹ ਹੈ ਕਿ ਪਰਮਾਤਮਾ ਦੇ ਪਿਆਰੇ ਸੰਤ ਜਨ, ਉਹਨਾਂ ਦਾ ਉਧਾਰ ਹੁੰਦਾ ਹੈ ਗੋਪਾਲ ਪਰਮਾਤਮਾ ਦਾ ਕੀਰਤਨ ਕਰਕੇ, ਔਰ ਜਿਨ੍ਹਾਂ ਨੂੰ ਉਹਨਾਂ ਦੀ ਸੋਹਬਤ ਸੰਗਤ ਨਸੀਬ ਹੋ ਜਾਏ ਉਹਨਾਂ ਦਾ ਜੀਵਨ ਵੀ ਪਵਿੱਤਰ ਨਿਰਮਲ ਹੋ ਜਾਂਦਾ ਹੈ। ਦੂਸਰਾ ਬਚਨ ਕਿ ਪਰਮਾਤਮਾ ਦੇ ਨਾਮ ਤੋਂ ਵਿਛੁੰਨੇ ਹੋਏ ਬੰਦੇ, ਉਹਨਾਂ ਦੇ ਅੰਦਰ ਇੱਕ ਤਪਸ਼, ਇੱਕ ਅੱਗ ਹੈ। ਉਹ ਤਪਸ਼, ਉਹ ਅੱਗ ਟਿਕਣ ਨਹੀਂ ਦਿੰਦੀ ਤੇ ਉਸ ਅੰਦਰ ਦੀ ਜਿਹੜੀ ਮਾਨਸਿਕ ਅੱਗ ਹੈ, ਜੋ ਅੰਦਰ ਅੱਗ ਤਪੀ ਹੈ, ਆਤਮਿਕ ਤੌਰ ਤੇ ਅੱਗ ਸ਼ਬਦ ਵਰਤਾਂ, ਉਸ ਅੰਦਰੂਨੀ ਅੱਗ ਨੂੰ
ਬਾਹਰੂਨੀ ਕੋਈ ਵੀ ਚੀਜ਼ ਜਿਹੜੀ ਉਹ ਠੰਡਿਆ ਨਹੀਂ ਕਰ ਸਕਦੀ। ਉਸ ਵਿੱਚ ਸਤਿਗੁਰਾਂ ਨੇ 3 ਬਚਨ ਕਹੇ ਨੇ, ਚੰਦਨ ਸ਼ੀਤਲ ਹੁੰਦਾ, ਠੰਡਾ ਹੁੰਦਾ, ਪਰ ਅੰਦਰ ਦੀ ਖਿਆਲਾਂ ਦੀ ਅੱਗ ਨੂੰ ਚੰਦਨ ਦਾ ਲੇਪਨ ਕਿਵੇਂ ਠੰਡਿਆ ਕਰੇਗਾ। ਬਾਹਰ ਦੀ ਸਰਦੀ ਦੀ ਰੁੱਤ ਵਿੱਚ ਵੀ ਬੰਦਾ ਬੈਠਾ ਰਹੇ, ਅੰਦਰ ਦੇ ਖਿਆਲ ਤਪਸ਼ ਠੰਡੀ ਨਹੀਂ ਹੁੰਦੀ। ਤੇ ਨਾਲ ਮਹਾਰਾਜ ਜੀ ਨੇ ਕਿਹਾ ਵੀ ਜੇ ਚੰਦਰਮਾ ਦੀ ਚਾਨਣੀ ਸ਼ੀਤਲ ਹੈ ਤੇ ਚੰਦਰਮਾ ਦੀ ਚਾਨਣੀ ਵਿੱਚ ਵੀ ਇਨਸਾਨ ਦੇ ਅੰਦਰ ਖਿਆਲਾਂ ਦੀ ਠੰਡ ਨਹੀਂ ਬਣੇਗੀ, ਪਰ ਮਿਟ ਸਕਦੀ ਹੈ ਜੇ ਪ੍ਰਮਾਤਮਾ ਦੇ ਸੀਤਲ ਨਾਮ ਨਾਲ ਜੁੜੇ। ਫਿਰ ਸਤਿਗੁਰੂ ਨੇ ਪੌੜੀ ਦੇ ਵਿੱਚ ਪ੍ਰਭੂ ਦੇ ਚਰਨ ਕਮਲਾਂ ਦਾ ਆਸਰਾ, ਵੱਡੇ ਭਾਗਾਂ ਨਾਲ ਸੰਗਤ ਨਸੀਬ ਹੁੰਦੀ ਏ। ਜਿਹੜਾ ਨਾਮ ਧਨ ਇਕੱਤਰ ਕਰ ਲਵੇ ਉਹ ਸੰਚਿਆ ਹੋਇਆ ਕਦੀ ਨਖੁੱਟਦਾ ਨਹੀਂ। ਇਹ ਸਤਿਗੁਰੂ ਨੇ ਪੌੜੀ ਵਿੱਚ ਸਾਨੂੰ ਬਖਸ਼ੀਸ਼ ਕੀਤੀ ਏ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਬਖਸ਼ੀਸ਼ ਨਾਲ ਆਪਾਂ ਵਿਚਾਰ ਸਕੀਏ। ਆਪ ਜਿਤਨੇ ਇਸ ਹਜ਼ੂਰ ਦੇ ਦਰਬਾਰ ਵਿੱਚ ਹਾਜ਼ਰ ਹੋ ਔਰ ਜੋ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ, ਪਿਆਰ ਅਦਬ ਦੇ ਨਾਲ ਕੋਈ ਵੀ ਰਸਨਾ। ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ। ਸੰਤ ਉਦਰਣ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਪਹਿਲੇ ਸ਼ਲੋਕ ਦੇ ਇਹ ਅੰਮ੍ਰਿਤ ਬਚਨ ਨੇ ਸੰਤ ਉਦਰੰ ਦਇਆਲੰ, ਆਸਰੰ ਗੋਪਾਲ ਕੀਰਤਨ ਹੈ। ਇੱਥੇ ਸੰਤ ਦਾ ਲਫ਼ਜ਼ੀ ਅਰਥ ਸੰਤ ਜਨ, ਪ੍ਰਭੂ ਦੇ ਪਿਆਰੇ। ਦਇਆਲੰਗ ਦਾ ਅਰਥ ਕਰਾਂਗੇ ਦਿਆਲੂ ਪਰਮਾਤਮਾ। ਉਦਰਣ ਦਾ ਅਰਥ ਹੁੰਦਾ ਹੈ ਉਦਾਰ ਹੋਣਾ, ਪਾਰ ਉਤਾਰਾ ਹੋ ਜਾਣਾ। ਇਹਦਾ ਅਰਥ ਕਿ ਜਿਨ੍ਹਾਂ ਸੰਤ ਜਨਾਂ ਨੇ ਆਪਣੀ ਜ਼ਿੰਦਗੀ ਦਾ ਆਧਾਰ ਗੋਪਾਲ ਦਾ ਕੀਰਤਨ ਬਣਾਇਆ ਹੈ, ਪਰਮੇਸ਼ਵਰ ਦਾ ਕੀਰਤਨ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਹੈ, ਉਹ ਸੰਤ ਜਨਾਂ ਨੂੰ ਉਹ ਦਿਆਲੂ ਪਰਮਾਤਮਾ ਦੇ ਸੰਤ ਜਨ ਭਵ ਸਾਗਰ ਤੋਂ ਉਹਨਾਂ ਦਾ ਉਧਾਰ ਹੋਇਆ ਹੈ, ਉਹਨਾਂ ਦਾ ਪਾਰ ਉਤਾਰਾ ਹੋਇਆ ਹੈ। ਫਿਰ ਅਰਥ ਅਰਜ਼ ਕਰਦੇ ਹਾਂ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਕੀਰਤਨ ਨੂੰ ਜਿਨ੍ਹਾਂ ਸੰਤ ਜਨਾਂ ਨੇ ਆਸਰਾ ਆਧਾਰ ਬਣਾਇਆ, ਪ੍ਰਭੂ ਦੀ ਸਿਫਤ ਸਲਾਹ ਕੀਰਤਨ ਦੀ ਬਰਕਤ ਨਾਲ ਉਹਨਾਂ ਦਾ ਇਸ ਭਵ ਸਾਗਰ ਤੋਂ ਉਧਾਰ ਹੋਇਆ ਹੈ। ਨਿਰਮਲੰ ਸੰਤ ਸੰਗੇਣ। ਨਿਰਮਲੰ ਸੰਤ ਸੰਗੇਣ। ਫਿਰ ਇਹੋ ਜਿਹੇ ਸੰਤ ਜਨ, ਇਹੋ ਜਿਹੇ ਇਬਾਦਤ ਕਰਨ ਵਾਲੀਆਂ ਰੂਹਾਂ, ਉਹਨਾਂ ਦੀ ਸੰਗਤ ਕਰਨ ਦੇ ਨਾਲ ਅਪਵਿੱਤਰ ਹਿਰਦਾ ਵੀ ਨਿਰਮਲ ਹੋ ਜਾਂਦਾ ਹੈ। ਫਿਰ ਇਸ ਬੇਨਤੀ ਨੂੰ ਪਹਿਲੀ ਤੁਕ ਵਿੱਚ ਹੈ ਕਿ ਪ੍ਰਮਾਤਮਾ ਦੇ ਆਸਰਾ ਓਟ ਕੀਰਤਨ ਦਾ ਸਹਾਰਾ ਲਿਆ, ਉਹਨਾਂ ਨਾਲ ਉਹਨਾਂ ਸੰਤ ਜਨਾਂ ਦਾ ਉਧਾਰ ਹੋਇਆ, ਤੇ ਉਹਨਾਂ ਸੰਤ ਜਨਾਂ ਦੀ ਜੇ ਕੋਈ ਸੰਗਤ ਕਰੇਗਾ ਤੇ ਉਸ ਦਾ ਹਿਰਦਾ ਅਤ ਦਾ ਨਿਰਮਲ, ਉਹਨਾਂ ਦੀ ਸੋਭਤ ਕਰਕੇ ਅੰਦਰੂਨੀ ਪਵਿੱਤਰਤਾ ਮਿਲਦੀ ਹੈ। ਓਟ ਨਾਨਕ ਪਰਮੇਸ਼ੁਰ ਹੈ। ਓਟ ਨਾਨਕ ਪਰਮੇਸ਼ੁਰ ਹੈ। ਉਹਨਾਂ ਦੀ ਸੰਗਤ ਕਰਕੇ ਕਿਉਂ ਪਵਿੱਤਰਤਾ ਮਿਲ ਗਈ? ਕਿਉਂਕਿ ਉਹਨਾਂ ਸੰਤ ਜਨਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਦੀ ਓਟ ਲਈ ਹੈ। ਹਿਰਦਾ ਪਵਿੱਤਰ ਹੋ ਜਾਂਦਾ ਹੈ ਉਹਨਾਂ ਦੀ ਸੋਭਤ ਨਾਲ, ਕਿਉਂਕਿ ਉਹਨਾਂ ਪਰਮਾਤਮਾ ਦੀ ਓਟ ਲਈ ਜਿਗਿਆਸੂ ਦਾ ਹਿਰਦਾ ਪ੍ਰਭੂ ਵਿੱਚ ਜੁੜ ਜਾਂਦਾ ਹੈ। ਇਹ ਪਹਿਲੇ ਸ਼ਲੋਕ ਦੀਆਂ 2 ਤੁਕਾਂ ਨੇ। ਇਸ ਦੀ ਵਿਆਖਿਆ ਲਈ, ਕਿਉਂਕਿ ਜ਼ਰੂਰੀ ਹੈ ਇੱਕ ਇੱਕ ਬਚਨ ਦੇ ਅਰਥ ਔਰ ਆਪਾਂ ਵਿਆਖਿਆ ਕਰੀ ਜਾਈਏ, ਮੈਂ ਇੱਕ ਬੇਨਤੀ ਆਪ ਨੂੰ ਕਰਾਂਗਾ। ਲਾਈਵ ਚੱਲ ਰਿਹਾ ਹੈ, ਸਾਰੇ ਆਪਣੇ ਘਰਾਂ 'ਚ ਵੀ ਸੁਣ ਰਹੇ ਖਾਂ ਕਿ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿ ਰਿਹਾ ਹੈ, ਅਸੀਂ ਉਸ ਨੂੰ ਛੱਡ ਕੇ ਖੱਬੇ ਸੱਜੇ ਵਿਆਖਿਆ ਕਰਨ ਦਾ ਯਤਨ ਨਾ ਕਰੀਏ। ਮੇਰੀ ਬੇਨਤੀ ਹੈ, ਕਥਾ ਨੂੰ ਕਥਾ ਹੀ ਰਹਿਣ ਦਈਏ, ਸ਼ਬਦ ਦੀ ਵਿਆਖਿਆ ਨੂੰ ਸ਼ਬਦ ਦੇ ਮੂਲ ਰੂਪ ਨਾਲ ਹੀ ਜੁੜੇ ਰਹਿਣ ਦਈਏ। ਹੁਣ ਇੱਥੇ ਸ਼ਬਦ ਸੰਤ ਜਨ ਆਇਆ ਹੈ, ਤੇ ਮੈਨੂੰ ਪਤਾ ਹੈ ਹਰ ਟੀਕਾਕਾਰ ਨੇ, ਕੋਈ ਟੀਕਾਕਾਰ ਨੇ, ਚਾਹੇ ਸੰਪਰਦਾਈ ਨੇ, ਚਾਹੇ ਆਧੁਨਿਕ ਯੁੱਗ ਦੇ ਟੀਕਾਕਾਰ ਨੇ,
ਕਿਸੇ ਟੀਕੇ ਨੂੰ ਫੋਲ ਕੇ ਖੋਲ ਕੇ ਆਪ ਜੀ ਇਸ ਪੌੜੀ ਦੇ ਅਰਥ ਪੜਿਓ। ਹਰ ਟੀਕਾਕਾਰ ਨੇ ਅਰਥ ਇਹੀ ਕੀਤੇ ਨੇ, ਤੇਰੇ ਸੰਤ ਜਨਾਂ ਦਾ ਉਧਾਰ ਹੁੰਦਾ ਹੈ, ਕਿਉਂਕਿ ਉਹ ਤੇਰੇ ਕੀਰਤਨ ਦਾ ਆਸਰਾ ਲੈਂਦੇ ਆ। ਉਸ ਤੋਂ ਬਾਅਦ ਜਿਹੜਾ ਉਹਨਾਂ ਦੀ ਸੰਗਤ ਕਰਦਾ ਉਹਨਾਂ ਅੰਦਰ ਪਵਿੱਤਰਤਾ ਆਉਂਦੀ ਹੈ, ਕਿਉਂਕਿ ਉਹ ਪ੍ਰਮਾਤਮਾ ਦੀ ਓਟ ਪ੍ਰਭੂ ਦੇ ਸਹਾਰੇ ਜੀਂਦੇ ਆ। ਹੁਣ ਮੁਸ਼ਕਿਲ ਇਸ ਚੀਜ਼ ਦੀ ਹੈ ਕਿ ਸ਼ਬਦ ਪੋਜ਼ਿਟਿਵ ਰੂਪ ਚ ਕਹਿ ਰਿਹਾ ਹੈ। ਮੈਂ ਤਾਂ ਬੇਨਤੀ ਕਰ ਲੱਗਾ, ਇਸ ਸ਼ਲੋਕ ਵਿੱਚ ਪੋਜ਼ਿਟਿਵ ਭੇਖੀ ਦਾ ਜ਼ਿਕਰ ਨਹੀਂ, ਪਖੰਡੀ ਦਾ ਜ਼ਿਕਰ ਨਹੀਂ, ਇਸ ਵਿੱਚ ਵਿਚਾਰੀ ਸੰਤ ਸ਼ਬਦ ਦੇ ਥੱਲੇ ਕੁਕਰਮ ਕਰਨ ਵਾਲੇ ਦਾ ਜ਼ਿਕਰ ਨਹੀਂ। ਇਸ ਵਿੱਚ ਬਿਲਕੁਲ ਇੱਕ ਉਸ ਸ਼ਖਸੀਅਤ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਪਵਿੱਤਰ ਜੀਵਨਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੇ ਨਾਮ 'ਚ ਜੁੜੇ ਨੇ, ਕੀਰਤਨ 'ਚ ਭਿੱਜੇ ਨੇ। ਮੈਂ ਤਾਂ ਕਿਹਾ ਜੇ ਹੁਣ ਸ਼ਬਦ ਤਾਂ ਕਹਿ ਰਿਹਾ ਪਵਿੱਤਰਤਾ, ਤੇ ਮੈਂ ਕਥਾ ਕਰਦਿਆਂ ਪੌਣਾ ਘੰਟਾ ਉਹਨਾਂ ਦੀ ਤੱਪੜ ਰੋਲੀ ਜਾਵਾਂ ਜਿਹੜੇ ਬੰਦੇ ਪਖੰਡ ਕਰਦੇ ਆ, ਮੇਰਾ ਖਿਆਲ ਹੈ ਸ਼ਬਦ ਦੀ ਵਿਆਖਿਆ ਨਾਲ ਧੱਕਾ ਹੋਵੇਗਾ। ਫਿਰ ਅਰਜ਼ ਹੈ, ਜੋ ਸ਼ਬਦ 'ਚ ਕੋਈ ਸ਼ੱਕ ਨਹੀਂ ਕਿ ਧਰਮ ਦੀ ਦੁਨੀਆ 'ਚ ਇਕੱਲੇ ਸਿੱਖ ਨਹੀਂ, ਪੂਰੇ ਸੰਸਾਰ ਵਿੱਚ ਝਾਤੀ ਤੁਸੀਂ ਮਾਰੋ, ਜਿੱਥੇ ਅਸਲੀਅਤ ਹੋਵੇਗੀ ਉੱਥੇ ਨਕਲ ਜ਼ਰੂਰ ਹੋਵੇਗੀ। ਕਿਉਂਕਿ ਨਕਲ ਜਿੱਥੇ ਹੋਵੇਗੀ ਉੱਥੇ ਅਸਲੀਅਤ ਦਾ ਕਾਲ ਨਹੀਂ ਪਿਆ ਹੋਵੇਗਾ, ਉੱਥੇ ਅਸਲੀਅਤ ਵੀ ਕਿਤੇ ਨਾ ਕਿਤੇ ਜ਼ਰੂਰ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਪਾਸੜ ਹੋ ਕੇ ਦਵੈਸ਼ ਵਿੱਚ ਕਦੀ ਉਪਦੇਸ਼ ਨਹੀਂ ਕੀਤਾ। ਥੋੜੀ ਜਿਹੀ ਮੇਰੀ ਇਸ ਕਰਕੇ ਬੇਨਤੀ ਸੀ, ਕਿਉਂਕਿ ਅੱਜ ਇਹ ਵਿਆਖਿਆ ਚੱਲੇਗੀ, ਕਈਆਂ ਦੇ ਮਨ 'ਚ ਇਹ ਫੁਰਨੇ ਖਿਆਲ ਉੱਠ ਸਕਦੇ ਆ ਕਿ ਅੱਜ ਦੇਹਧਾਰੀਆਂ ਦੇ ਗੀਤ, ਅੱਜ ਸੰਤਾਂ ਦੇ ਗੀਤ। ਮੈਨੂੰ ਪਤਾ ਹੈ ਸਾਡੀ ਜੋ ਸਾਈਕੀ ਅੱਜ ਬਣ ਚੁੱਕੀ ਹੈ। ਮੈਂ ਬੇਨਤੀ ਤਾਂ ਕਰ ਲੱਗਾ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਉਹ ਪੱਖ ਲੈਣ ਦਾ ਯਤਨ ਕਰਨਾ ਅੱਜ ਇਹਦੇ ਵਿੱਚ। ਹਾਂ, ਜੇ ਭੇਖੀ ਨਾਲ ਸੰਬੰਧਿਤ ਹੁੰਦਾ ਆਪਾਂ ਉਹਦੀ ਵਿਆਖਿਆ ਜ਼ਰੂਰ ਕਰਦੇ, ਪਰ ਮੈਂ ਆਪ ਨੂੰ ਥੋੜੀ ਜਿਹੀ ਆਰਾਮ ਵਿੱਚ ਅਰਜ਼ ਕਰ ਦਿਆਂਗਾ। ਗੁਰੂ ਕਦੀ ਦਵੈਸ਼ ਵਿੱਚ ਇੱਕ ਪਾਸੜ ਹੋ ਕੇ ਧੜੇ ਵਿੱਚ ਆ ਕੇ ਨਹੀਂ ਬੋਲਦਾ। ਗੁਰੂ ਦਾ ਧਰਮ ਹੀ ਧੜਾ ਹੈ, ਗੁਰੂ ਦਾ ਪਾਸਾ ਕੇਵਲ ਪਰਮਾਤਮਾ ਹੈ, ਗੁਰੂ ਦੇ ਸ਼ਬਦ ਦਾ ਨਿਰੋਲ ਤੇ ਨਿਰੋਲ ਪਾਸਾ ਕੇਵਲ ਸੱਚ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਦੋਨੋਂ ਪੱਖ ਸਾਡੇ ਸਾਹਮਣੇ ਰੱਖੇ ਆ। ਮੈਂ ਥੋੜਾ ਜਿਹਾ ਆਰੰਭ 'ਚ ਇਹਦੀ ਕਥਾ ਕਰਨ ਤੋਂ ਪਹਿਲਾਂ, ਗੁਰੂ ਸ਼ਬਦ ਆਇਆ, ਸੰਤ ਸ਼ਬਦ ਆਇਆ, ਗਿਆਨੀ ਸ਼ਬਦ ਆਇਆ, ਪੰਡਿਤ ਸ਼ਬਦ ਆਇਆ, ਬ੍ਰਾਹਮਣ ਸ਼ਬਦ ਆਇਆ, ਕਾਜੀ ਸ਼ਬਦ ਆਇਆ, ਮੁੱਲਾ ਸ਼ਬਦ ਆਇਆ, ਜਿੰਨੇ ਵੀ ਸ਼ਬਦ ਨੇ, ਜੈਨੀ ਸ਼ਬਦ ਆਦਿਕ ਆਇਆ। ਗੁਰੂ ਨੇ ਦੋਨੋਂ ਪੱਖ ਰੱਖੇ। ਇੱਕ ਪਾਸੇ ਉਹਨਾਂ ਦੇ ਸਹੀ ਜੀਵਨ ਦਾ ਜ਼ਿਕਰ ਕੀਤਾ, ਦੂਜੇ ਪਾਸੇ ਜਿਹੜੇ ਉਸ ਸ਼ਬਦਾਂ ਦੇ ਥੱਲੇ, ਧਰਮ ਦੀ ਸ਼ਬਦਾਵਲੀ ਭੇਖ ਦੇ ਥੱਲੇ ਪਾਪ ਕਰ ਰਹੇ ਸਨ, ਜ਼ਿਕਰ ਉਹਨਾਂ ਦਾ ਵੀ ਕੀਤਾ ਹੈ। ਪਹਿਲੀ ਗੱਲ, ਆਪ ਸਭ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸ਼ਬਦ ਨੂੰ ਬੜੀ ਮਹਾਨਤਾ ਦਿੱਤੀ ਹੈ। ਅਸੀਂ ਮਹਾਰਾਜ ਜੀ ਦੇ ਸਵੇਰੇ ਆਸਾ ਕੀ ਵਾਰ ਵਿੱਚ ਪਹਿਲੀ ਪੌੜੀ ਨਾਲ ਪਹਿਲਾ ਸ਼ਲੋਕ ਹੀ ਇਹ ਹੈ ਕਿ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਹੁਣ ਇੱਥੇ ਗੁਰੂ ਤੋਂ ਬਲਿਹਾਰ ਜਾਣ ਦੀ, ਕੁਰਬਾਨ ਜਾਣ ਦੀ, ਵਾਰਨੇ ਜਾਣ ਦਾ ਜ਼ਿਕਰ ਕੀਤਾ। ਜਾਂ ਅਸੀਂ ਬਾਣੀ ਸ਼ਬਦ ਪੜ੍ਹਨੇ ਆ, ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੈ, ਸਿਫਤ ਕੀਤੀ ਗਈ। ਜਾਂ ਸਤਿਗੁਰੂ ਦੀ ਬਾਣੀ ਵਿੱਚ ਹਜ਼ੂਰ ਨੇ ਫਰਮਾਇਆ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰ ਪੂਰਾ ਭੇਟਿਓ ਵਡਭਾਗੀ, ਮਨੈ ਭਇਆ ਪ੍ਰਗਾਸਾ, ਕੋਏ ਨਾ ਪਹੁੰਚਨ ਹਾਰਾ, ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਖੈਰ, ਬੇਅੰਤ ਸ਼ਬਦ ਨੇ ਗੁਰੂ ਦੀ ਸਿਫਤ ਵਿੱਚ, ਗੁਰੂ ਦੀ ਉਪਮਾ ਵਿੱਚ। ਮੇਰੀ ਫਿਰ ਸੁਣਿਓ, ਗੁਰੂ ਸ਼ਬਦ ਦਾ ਜਿਹੜਾ ਅਖਰੀ ਅਰਥ ਹੈ ਉਹ ਪਖੰਡ ਨਹੀਂ। ਗੁਰੂ ਦਾ ਜਿਹੜਾ, ਜੇ ਆਪਾਂ ਕੋਸ਼ ਵਿੱਚ ਦੇਖਾਂਗੇ ਜਾਂ ਵਿਚਾਰਵਾਨਾਂ ਦੇ ਅਸੀਂ ਕੋਸ਼ ਦੇਖਾਂਗੇ, ਉਹਦੇ ਵਿੱਚ ਗੁਰੂ ਦਾ ਅਰਥ ਗੋ ਅਤੇ ਰੂਹ ਗਰੀ ਧਾਤੂ ਤੋਂ ਬਣਿਆ, ਜਿਹੜਾ ਹਨੇਰੇ ਨੂੰ ਖਤਮ ਕਰਕੇ ਗਿਆਨ ਦਾ ਪ੍ਰਕਾਸ਼ ਕਰਦਾ ਹੈ। ਗੁਰੂ ਸ਼ਬਦ ਦੇ ਅਰਥ ਕੋਸ਼ਿਕ ਤੌਰ ਤੇ ਗਲਤ ਨਹੀਂ ਕਰ ਸਕਾਂਗੇ, ਪਰ ਜਦੋਂ ਗੁਰੂ ਸ਼ਬਦ ਦੇ ਥੱਲੇ ਭੇਕ, ਪਖੰਡ, ਪਰਪੰਚ ਹੋਇਆ, ਫਿਰ ਗੁਰੂ ਸਾਹਿਬ ਨੇ ਤੇ ਇੱਥੋਂ ਤੱਕ ਵੀ ਬਚਨ ਕਿਹਾ, ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਜੀ ਨੇ ਕਿਹਾ, ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਪੀ ਅੰਦੁਲੇ ਕਰਮ ਕਰੇਨ,
ਇੱਥੋਂ ਤੱਕ ਸ਼ਬਦ ਵਰਤਿਆ ਜਿੱਥੇ ਕਹਿੰਦੇ ਤੇਰੇ ਤੋਂ ਬਲਿਹਾਰ ਜਾਵਾਂ, ਉੱਥੇ ਬਾਣੀ 'ਚ ਇੱਕ ਬਚਨ ਹੈ, ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਇਹ ਸ਼ਬਦ ਵੀ ਸਤਿਗੁਰਾਂ ਨੇ ਗੁਰੂ ਸ਼ਬਦ ਬਾਰੇ ਬੋਲੇ। ਮੇਰੀ ਫਿਰ ਬੇਨਤੀ ਸੁਣਿਓ, ਕੋਸ਼ ਅਨੁਸਾਰ ਗੁਰੂ ਦਾ ਅਰਥ ਅੰਧਕਾਰ ਖਤਮ ਕਰਨ ਵਾਲਾ, ਹੋਰ ਬੇਅੰਤ ਅਰਥ ਕੀਤੇ ਗਏ। ਪਰ ਜਿੱਥੇ ਪਰਪੰਚ ਆਇਆ ਉੱਥੇ ਮਾਏ ਮੁੰਡੋਂ ਤੇ ਗੁਰੂ ਕੀ ਕਾਚੇ ਗੁਰ ਤੇ ਮੁਕਤ ਨਾ ਹੁਆ, ਗੁਰੂ ਜਿਨ੍ਹਾਂ ਕਾ ਅੰਧੁਲਾ, ਇਹ ਸ਼ਬਦ ਵਰਤੇ। ਇਹਦਾ ਮਤਲਬ ਦੋਨੋਂ ਪੱਖ ਰੱਖੇ ਸਾਹਮਣੇ ਵੀ ਗੁਰੂ ਸ਼ਬਦ ਦੇ ਥੱਲੇ ਵੀ ਅੱਜ ਵੀ ਤੁਸੀਂ ਦੇਖੋਗੇ ਸਤਿਗੁਰੂ ਗੁਰੂ ਸ਼ਬਦ ਦੇ ਥੱਲੇ ਅਨੇਕਾਂ ਤਰ੍ਹਾਂ ਦੇ ਪਰਪੰਚ ਨੇ। ਅਸੀਂ ਕੁਰਬਾਨ ਜਾਈਏ ਗੁਰੂ ਜੋਤ ਤੋਂ, ਜਿਨੇ ਸੱਚਮੁੱਚ ਦਸਾਂ ਜਾਮਿਆਂ ਵਿੱਚ ਸ਼ਬਦ ਦਾ ਪ੍ਰਚਾਰ ਪ੍ਰਸਾਰ, ਬਾਣੀ ਦੀ ਇੰਨੀ ਉਪਮਾ ਕੀਤੀ, ਦਸਾਂ ਸ਼ਰੀਰਾਂ ਵਿੱਚ ਵਿਚਰ ਕੇ ਉਹਨਾਂ ਦੇ ਸਦਾ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੋੜ ਦਿੱਤਾ। ਇੱਥੇ ਪਰਪੰਚ ਭੇਖ ਨੂੰ ਥਾਂ ਨਹੀਂ ਹੋ ਸਕਦੀ। ਦੂਸਰੀ ਗੱਲ, ਮੈਂ ਸ਼ਬਦ ਵਰਤਿਆ ਜੀ ਗਿਆਨੀ ਹੈ। ਗੁਰੂ ਸਾਹਿਬ ਨੇ ਬਾਣੀ 'ਚ ਵਰਤਿਆ ਗਿਆਨੀ ਦਰ ਤੇ ਜਿਹਨੂੰ ਗਿਆਨ ਹੈ। ਅਸੀਂ ਬੋਲਨੇ ਆ, ਕਥਾ ਕਰਨੇ ਆ, ਸੰਗਤ ਸ਼ਬਦ ਗਿਆਨੀ ਵਰਦੀ, ਇਹ ਸਾਡੇ ਵਾਚਕ ਸ਼ਬਦਾਂ ਕਰਕੇ ਆਪ ਜੀ ਕਹਿ ਰਹੇ ਹੋ ਗਿਆਨੀ। ਕਿਉਂਕਿ ਜੋ ਤੁਸੀਂ ਸਾਡੇ ਬੋਲ ਸੁਣਦੇ, ਮੈਂ ਆਪਣੀ ਗੱਲ ਕਰਾਂਗਾ, ਬੋਲ ਨੂੰ ਸੁਣ ਕੇ ਆਪ ਜੀ ਗਿਆਨੀ ਕਹੋਗੇ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਬੋਲਾਂ ਦੇ ਕਰਕੇ ਗਿਆਨੀ ਨਹੀਂ ਹੁੰਦਾ, ਸੁਰਤ ਦੀ ਅਡੋਲਤਾ ਕਰਕੇ ਗਿਆਨੀ ਹੁੰਦਾ ਹੈ। ਦੇਖੋ ਸ਼ਬਦ ਅਸੀਂ ਪੜ੍ਹਨੇ ਆ, ਇੱਕ ਪਾਸੇ ਮਹਾਰਾਜ ਕਹਿੰਦੇ ਨੇ ਗਿਆਨੀ ਗੁਰਬਿਨ ਭਗਤ ਨਾ ਹੋਏ, ਜਾਂ ਫਿਰ ਜਦੋਂ ਪਾਠ ਕਰਨੇ ਆ ਦੂਜਾ ਪੱਖ ਰੱਖਦੇ ਆ, ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ, ਗੁਰ ਪ੍ਰਸਾਦ ਕਰੈ ਵਿਚਾਰ, ਸੋ ਗਿਆਨੀ ਦਰਗਾਹ ਪਰਵਾਨ। ਜਾਂ ਬਾਬਾ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ, ਭੈ ਕਾਹੂ ਕੋ ਦੇਤ ਨੇ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਮੈਂ ਕਿਹਾ ਦੋਨੋਂ ਪੱਖ ਆ ਗਏ ਨਾ ਜੀ। ਇਹਦੇ ਵਿੱਚ ਗਿਆਨੀ ਦਾ ਇੱਕ ਪੱਖ ਵਾਚਕ ਵੀ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਇੱਕ ਫਿਰੇ ਕਨੇਰੇ ਕਰਾਂ ਗੱਲਾਂ, ਗੱਲੀ ਕਿਨੇ ਨਾ ਪਾਇਆ, ਇਹ ਵੀ ਗਿਆਨ ਹੈ। ਇਸ ਤੋਂ ਅਗਲੀ ਬੇਨਤੀ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪੰਡਿਤ ਸ਼ਬਦ ਪੜ੍ਹਨੇ ਆ, ਉਹਨੂੰ ਸਤਿਗੁਰੂ ਨੇ ਕਰਮਕਾਂਡੀ ਰੂਪ ਵਿੱਚ ਵੀ ਕਿਹਾ, ਸੁਣ ਪੰਡਿਤ ਕਰਮਾਕਾਰੀ। ਪਰ ਦੂਜੇ ਪਾਸੇ ਉਸ ਸ਼ਬਦ ਦੀ ਆਤਮਿਕ ਤੌਰ ਤੇ ਜਿਹੜੀ ਖੂਬਸੂਰਤੀ, ਜਿਹਦੇ ਅੰਦਰ ਸੁਰਤ ਟੁਕੀ ਏ, ਉਹਨੂੰ ਗੁਰੂ ਜੀ ਨੇ ਕਿਹਾ ਕਿ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਮੇਰੀ ਬੇਨਤੀ ਹੈ ਪਿਆਰਿਓ, ਸੁਣਿਓ ਧਿਆਨ ਨਾਲ। ਹੁਣ ਇਹਦੇ ਵਿੱਚ ਇੱਕ ਪੰਡਿਤ ਦਾ ਪੱਖ ਕਰਮਕਾਂਡੀ ਹੈ, ਦੂਜਾ ਪੰਡਿਤ ਦਾ ਅਰਥ ਆਤਮਿਕ ਜੀਵਨ ਦੀ ਪ੍ਰਾਪਤੀ ਵਾਲਾ ਹੈ। ਇਹ ਤੀਸਰਾ ਸ਼ਬਦ ਹੈ ਕਾਜੀ। ਚਲੋ ਬਾਣੀ 'ਚ ਜ਼ਿਆਦਾ ਅਰਬੀ ਦਾ ਸ਼ਬਦ ਕਾਦੀ ਆਇਆ। ਕਾਦੀ ਕੂੜ ਬੋਲ ਮਲ ਖਾਏ, ਝੂਠ ਬੋਲ ਕੇ ਮੈਲ ਖਾ ਰਿਹਾ। ਪਰ ਬਾਣੀ ਨੇ ਇਹ ਵੀ ਕਿਹਾ ਕਾਦੀ ਸੋ ਜੋ ਉਲਟੀ ਕਰੇ, ਜਿਹੜਾ ਵਾਸ਼ਨਾਵਾਂ ਤੋਂ ਉਲਟ ਚੱਲਦਾ ਹੈ। ਮੇਰੇ ਕਹਿਣ ਤੋਂ ਮੁਰਾਦ ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਅੰਮ੍ਰਿਤ ਬਚਨ ਨੇ, ਗੁਰੂ ਕਦੀ ਦਵੈਸ਼ 'ਚ ਨਹੀਂ ਬੋਲਦੇ, ਕਦੀ ਧੜੇ 'ਚ ਨਹੀਂ ਬੋਲਦੇ, ਗੁਰੂ ਕਦੀ ਇਹ ਨਹੀਂ। ਕਿਉਂਕਿ ਜਿੱਥੇ ਪਿਆਰਿਓ ਧੜਾ ਆ ਜਾਏਗਾ ਉੱਥੇ ਪਾਪ ਪ੍ਰਵਿਰਤ ਜ਼ਰੂਰ ਹੋਵੇਗਾ। ਗੁਰੂ ਦਾ ਧਰਮ ਧੜਾ ਹੈ, ਕਿਉਂਕਿ ਧੜੇ ਵਿੱਚ ਸਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਫਿਰ ਬੰਦਾ ਆਪਣਾ ਧੜਾ ਬਚਾਉਣ ਲਈ ਪੂਰਾ ਜ਼ੋਰ ਲਾਉਂਦਾ ਹੈ। ਇਸ ਕਰਕੇ ਮੈਂ ਆਰੰਭ 'ਚ ਬੇਨਤੀ ਕੀਤੀ ਕਿ ਅੱਜ ਜਿਹੜਾ ਸ਼ਬਦ ਸੰਤ ਆਇਆ ਹੈ, ਇਸ ਨੂੰ ਅਸੀਂ ਪੋਜ਼ਿਟਿਵ ਪੱਖ ਤੋਂ ਲੈਣਾ ਹੈ। ਮੈਨੂੰ ਬਿਲਕੁਲ ਪਤਾ ਹੈ ਕਿ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ 'ਚ, ਜਿਵੇਂ ਬਾਣੀ ਵਿੱਚ ਕਬੀਰ ਸਾਹਿਬ ਨੇ ਇਹ ਸ਼ਬਦ ਵਰਤਿਆ, ਉਹ ਹਰ ਕੇ ਸੰਤ ਨਾ ਆਖੀਆਂ ਬਾਹ ਨਾਰਸ ਕੇ ਠੱਗ। ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਪ੍ਰਮਾਣ ਦਿੱਤੇ ਆ। ਇੱਕ ਮਹਾਰਾਜ ਜੀ ਦਾ 33 ਸਵਈਆਂ ਵਿੱਚ ਬਚਨ ਹੈ, ਆਖਣ ਭੀਤਰ ਤੇਲ ਕੋ ਡਾਰ ਕੈ ਸੋ ਲੋਗਨ ਨੀਰ ਬਹਾਏ ਦਿਖਾਵੇ, ਜੋ ਤਨਵਾਨ ਲਖੈ ਨੀ ਸੇਵਕ ਤਾਹੇ ਪਰੋਸ ਪ੍ਰਸਾਦ ਜਮਾਵੇ, ਜੋ ਤਨਹੀਨ ਲਖੈ ਤੈ ਦੇਤ ਨੈ ਮੰਗਨ ਜਾਤ ਨ ਮੁਖੋ ਦਿਖਾਵੇ, ਲੂਟਤ ਹੈ ਪਸ਼ ਲੋਗਨ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਗੁਰੂ ਗੋਬਿੰਦ ਸਿੰਘ ਜੀ ਦਾ ਇਸ 33 ਸਵਈਆਂ ਵਿੱਚੋਂ ਸੋਈਆ। ਮੈਂ ਸਿਰਫ ਬੇਨਤੀ ਇਸ ਕਰਕੇ ਵੀ ਆਪਾਂ ਜਿਹੜੀ ਵਿਚਾਰ ਕਰਨੀ ਹੈ, ਇਸ ਨੂੰ ਇਸ ਵਿੱਚ ਉਸ ਸੰਤ ਦਾ ਮੈਂ ਕਿਸੇ ਸੰਪਰਦਾ ਨਾਲ ਜੋੜ ਕੇ ਅਰਥ ਨਹੀਂ ਕਰਾਂਗਾ ਵੀ ਇਸ ਸੰਪਰਦਾ ਵਿੱਚੋਂ ਸੰਤ ਨਿਕਲਦੇ ਨੇ, ਇਸ ਜਥੇਬੰਦੀ ਵਿੱਚੋਂ ਜਾਂ ਇਸ ਥਾਂ ਤੋਂ। ਪਿਆਰਿਓ, ਆਪ ਗ੍ਰਸਤੀ ਹੋ, ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋ ਜਾਏ ਤੇ ਪਰਿਵਾਰ ਵਿੱਚ ਰਹਿੰਦਿਆਂ, ਖੱਟੀ ਵਿੱਚ ਬੈਠਿਆਂ, ਹਲ ਪਿੱਛੇ ਖਲੋਤਿਆਂ, ਭਾਂਡੇ ਮਾਂਜਦਿਆਂ ਹੋਇਆਂ ਵੀ
परमात्मा दे सुरत नूं इकाग्रता दे के नाम रस दी दात बख्शदा है। ਜਿਹੜੇ ਲੱਛਣ ਗੁਰੂ ਸਾਹਿਬ ਨੇ ਕਿਹਾ ਉਹ ਗ੍ਰਸਤੀ ਵੀ ਇੱਕ ਹੋ ਸਕਦਾ ਕਿ ਹੈ ਨਾ ਨੇਕਾਂ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਖੇ ਰੱਖਿਆ ਭੇਖੀਆਂ ਦਾ, ਗੱਜ ਸਾਢੇ ਤਹਿ ਤਹਿ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿਨ੍ਹਾਂ ਜਪਮਾਲੀਆਂ ਲੋਟੇ ਖੱਥ ਨਿਬੱਗ, ਓਏ ਖਰ ਕੇ ਸੰਤ ਨਾ ਆਖੀਆਂ ਬਾਹ ਨਾਰਸ ਕੇ ਠੱਗ। ਪਰ ਇੱਥੇ ਗੁਰੂ ਸਾਹਿਬ ਨੇ ਜਿਹੜਾ ਜ਼ਿਕਰ ਕੀਤਾ ਇਹ ਉਹਨਾਂ ਦਾ ਜ਼ਿਕਰ ਕਰ ਰਿਹਾ ਕਿ ਰੱਬ ਦੇ ਪਿਆਰੇ ਸੰਤ ਜਨ, ਉਹਨਾਂ ਦਾ ਉਧਾਰ ਹੋ ਜਾਂਦਾ, ਜਗਤ ਤੋਂ ਤਰ ਜਾਂਦੇ ਆ। ਕਿਵੇਂ? ਕਿਉਂਕਿ ਉਹਨਾਂ ਨੇ ਆਸਰਾ ਗੋਪਾਲ ਦੇ ਕੀਰਤਨ ਦਾ ਲਿਆ ਹੈ। ਉਹ ਪਰਮਾਤਮਾ ਦੇ ਕੀਰਤਨ ਵੀ ਜੁੜੇ ਰਹਿੰਦੇ ਆ। ਇਹੋ ਜਿਹੇ ਸੰਤ ਜਨਾਂ ਦੀ ਪਰਿਭਾਸ਼ਾ, ਇਹੋ ਜਿਹੇ ਸੰਤ ਜਨਾਂ ਦਾ ਜੀਵਨ ਮੇਰੇ ਸਤਿਗੁਰਾਂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਜਿਵੇਂ ਅਸੀਂ ਇੱਕ ਤਾਂ ਸਾਰੀ ਇਹ ਪ੍ਰਮਾਣ ਦਿੰਦੇ ਹਾਂ, ਜਿੰਨਾ ਸਾਸ ਗਿਰਾਸ ਨਾ ਵਿਸਰੈ ਖਰਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਪਰ ਇਹ ਗੱਲ ਹੋਰ ਕਿ ਜੇ ਸੰਤ ਸਾਸ ਗਿਰਾਸ ਜਪਦਾ ਹੈ ਤੇ ਗੁਰੂ ਰਾਮਦਾਸ ਤਾਂ ਗੁਰਸਿੱਖ ਨੂੰ ਵੀ ਇਹੀ ਕਹਿੰਦੇ ਆ। ਫਿਰ ਬੇਨਤੀ, ਜਿੰਨਾ ਸਾਸ ਗਿਰਾਸ ਨਾ ਵਿਸਰੈ ਖਰਨਾਮਾ ਮਨ ਮੰਤ, ਅਰਥ ਸੌਖੇ ਨੇ, ਜਿਨ੍ਹਾਂ ਨੂੰ ਸਾਈਂ ਨਹੀਂ ਭੁੱਲਦਾ। ਤੇ ਇਹਦੇ ਵਿੱਚ ਸਤਿਗੁਰੂ ਇਹ ਵੀ ਕਹਿੰਦੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਾਂ ਗੁਰੂ ਜੀ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੈ। ਹਜ਼ੂਰ ਸੱਚੇ ਪਾਤਸ਼ਾਹ ਇੱਥੇ ਉਸ ਸੰਤ ਜਨ ਦਾ ਜ਼ਿਕਰ ਕਰ ਰਹੇ ਆ ਜਿਹਦਾ ਆਸਰਾ ਕੇਵਲ ਪਰਮਾਤਮਾ ਦਾ ਕੀਰਤਨ, ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਇਬਾਦਤ ਹੈ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ ਪ੍ਰਥਾਏ ਅਨੇਕਾਂ ਬਚਨ ਕਹੇ ਆ। ਹਜ਼ੂਰ ਦਾ ਇੱਕ ਬਚਨ ਅਸੀਂ ਪੜ੍ਹਨੇ ਆ, 8 ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੈ। ਐਸੇ ਸੰਤ ਜਨ ਜਿਹੜਾ 8 ਪੈਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਆਪਣੇ ਅੰਗ ਸੰਗ ਜਾਣਦਾ ਹੈ। 8 ਪੈਰ ਨਿਕਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੈ। ਜੋ ਪਰਮਾਤਮਾ ਜੀ ਕਰਦੇ ਨੇ ਉਹਦੇ ਹਰ ਕੀਤੇ ਹੋਏ ਵਰਤਾਰੇ ਨੂੰ ਉਹ ਮਿੱਠਾ ਕਰਕੇ ਜਾਣਦਾ। ਉਹਦੇ ਕੀਤੇ ਤੇ ਕਦੀ ਤਰਕ ਨਹੀਂ ਕਰਦਾ। ਜੋ ਉਹ ਕਹਿੰਦਾ, ਜੋ ਕਰਦਾ ਉਹਨੂੰ ਸਵੀਕਾਰ ਕਰਦੇ ਨੇ। 8 ਪੈਰ ਨਿਕਟ ਕਰ ਜਾਣੈ ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ। ਪਰਮਾਤਮਾ ਦੇ ਸੰਤ ਜਨਾਂ ਦਾ ਆਧਾਰ ਪਰਮਾਤਮਾ ਦਾ ਨਾਮ ਹੈ। ਫਿਰ ਬੇਨਤੀ ਸੁਣਿਓ, ਆਧਾਰ ਦਾ ਅਰਥ ਅੰਦਰ ਵਾਲੀ ਸੁਰਤ ਜਿਹੜੀ ਏ ਨਾਮ ਤੋਂ ਬਿਨਾ ਕਿਸੇ ਹੋਰ ਨੂੰ ਉਹ ਥਾਂ ਦਿੰਦੀ ਹੀ ਨਹੀਂ। ਦੁਨਿਆਵੀ ਤੌਰ ਤੇ ਨਾ ਧਨ ਨੂੰ, ਨਾ ਪਦਵੀ ਨੂੰ, ਨਾ ਕਿਸੇ ਹੋਰ ਚੀਜ਼ ਨੂੰ। ਮਹਾਰਾਜ ਕਹਿੰਦੇ 8 ਪੈਰ ਨਿਕਟ ਕਰ ਮਾਨੈ ਪ੍ਰਭ ਕਾ ਕੀਆ ਮੀਠਾ ਮਾਨੈ, ਏਕ ਨਾਮ ਸੰਤਨ ਆਧਾਰ। ਹੋਏ ਰਹਿ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਮੇਰੇ ਭਾਈ। ਕਹਿੰਦੇ ਇਹ ਮੇਰੇ ਵੀਰੋ, ਆਓ ਮੈਂ ਦੱਸਾਂ ਸੰਤ ਦਾ ਜੀਵਨ ਕੀ ਹੈ, ਸੰਤ ਰਹਿਤ ਕੀ ਹੈ। ਤੇ ਫਿਰ ਮੈਂ ਬੇਨਤੀ ਕਰਾਂ ਕਿ ਅਸਲ ਸਾਡੇ ਸਮਾਜ ਵਿੱਚ ਜਦੋਂ ਸੰਤ ਸ਼ਬਦ ਦੇ ਥੱਲੇ ਮਾੜੇ ਕਰਮ ਕੀਤੇ ਜਾਂਦੇ ਆ, ਉਦੋਂ ਅਕਸਰ ਜਿਹੜੇ ਕਮਾਈ ਵਾਲੇ ਨੇ ਉਹਨਾਂ ਨੂੰ ਵੀ ਲੋਕ ਛੇਤੀ ਸਵੀਕਾਰ ਨਹੀਂ ਕਰਦੇ। ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣਾ ਨੇ, ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ, ਉਹ ਆਪਣੀ ਜੀਵਨ ਕਹਾਣੀ ਵਿੱਚ, ਉਹਨਾਂ ਦਾ ਜੀਵਨ ਪੜ੍ਹਨ ਵਾਲਾ ਮੇਰੀ ਜੀਵਨ ਕਹਾਣੀ, ਉਸ ਵਿੱਚ ਉਹਨਾਂ ਨੇ ਇੱਕ ਕੀਰਤਨੀਏ ਗੁਰਸਿੱਖ ਦਾ ਜ਼ਿਕਰ ਕੀਤਾ। ਮੈਂ ਅਰਜ਼ ਕੀਤੀ, ਜਦੋਂ ਬਹੁ ਪ੍ਰਪੰਚ ਹੋਵੇ ਤੇ ਸੱਚੇ ਬੰਦੇ ਦੇ ਐਕਸ਼ਨ ਨੂੰ, ਸੱਚੇ ਬੰਦੇ ਦੇ ਬੋਲਾਂ ਨੂੰ ਵੀ ਲੋਕ ਪਖੰਡ ਕਹਿ ਕੇ ਹੀ ਰੱਦ ਜਾਂਦੇ ਆ ਬਹੁ ਗਿਣਤੀ 'ਚ। ਪ੍ਰੋਫੈਸਰ ਸਾਹਿਬ ਸਿੰਘ ਲਿਖਦੇ ਆ, ਅਸੀਂ ਲਾਹੌਰ ਪੜ੍ਹਦੇ ਸੀ ਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ, ਪੁਰਾਣੇ ਗੁਰਸਿੱਖਾਂ ਨੂੰ ਪਤਾ ਹੋਣਾ, ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਉਹਨਾਂ ਨੂੰ ਵੀ, ਭਾਈ ਭਾਗ ਸਿੰਘ ਤੇ ਭਾਈ ਹੀਰਾ ਸਿੰਘ ਦਾ ਕੀਰਤਨੀ ਜਥਾ ਸੀ। ਭਾਈ ਭਾਗ ਸਿੰਘ ਉਹਨਾਂ ਦੇ ਪਿਤਾ ਸਨ, ਭਾਈ ਹੀਰਾ ਸਿੰਘ ਬੇਟੇ ਸਨ। ਉਹਨਾਂ ਦਾ ਕੀਰਤਨ ਇੰਨੇ ਕਮਾਲ ਦਾ, ਤੇ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਆਪਣੇ ਨਾਲ ਜੋ ਬੀਤਿਆ ਸੰਗਤ ਵਿੱਚ, ਉਹਨਾਂ ਨੇ ਆਪਣੀ ਜੀਵਨ ਕਹਾਣੀ ਦੇ ਵਿੱਚ ਦਰਜ ਕੀਤਾ ਹੈ। ਇਹ ਵੀ ਥੋੜਾ ਜਿਹਾ ਅਰਜ਼ ਕਰਦੇ ਹਾਂ, ਕਿਉਂਕਿ ਜੇ ਆਪਾਂ ਇੱਥੇ ਨਾ ਲਵਾਂਗੇ, ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਪੰਥਕ ਸਟੇਜ ਕਹੇ, ਤੇ ਮੈਂ ਵੀ ਬੇਨਤੀ ਕਰਾਂ, ਮੈਂ ਵੀ ਸਿਰਫ ਪੰਥ ਵਾਲੇ ਬੰਦਿਆਂ ਦਾ ਨਾਮ ਹੀ ਲੈ ਰਿਹਾ ਹਾਂ। ਪੰਥਕ ਸਟੇਜ ਦਾ ਅਰਥ ਇਹ ਨਹੀਂ ਹੁੰਦਾ ਇੱਕ ਧੜੇ ਦਾ ਕਬਜ਼ਾ ਹੋਵੇ ਤੇ ਸਟੇਜ ਉਹਦੀ ਹੈ। ਪੰਥਕ ਦਾ ਅਰਥ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਪੰਥ ਉੱਤੇ ਚੱਲਿਆ ਹੋਇਆ ਹੈ, ਮਾਰਗ ਤੇ ਚੱਲਿਆ ਹੈ। ਥੋੜਾ ਜਿਹਾ ਹੋਰ
ਇਹਨਾਂ ਦਾ ਜਨਮ ਜਦੋਂ ਹੋਇਆ, ਆ ਚਲੋ ਮਨ 'ਚ ਜਾ ਗਿਆ, ਇਹਨਾਂ ਦਾ ਜਨਮ ਹੋਇਆ ਜਦੋਂ, ਉਸ ਤੋਂ ਪਹਿਲਾਂ ਦੀ ਘਟਨਾ ਹੈ। ਇੱਕ ਸੇਵਾ ਪੰਥੀ ਹੋਏ ਨੇ ਗੁਰਮੁਖ ਪਿਆਰੇ ਰਾਮ ਕਿਸ਼ਨ ਜੀ, ਇਹਨਾਂ ਦੇ ਪਿਤਾ ਜੀ ਕੀਰਤਨ ਕਰਦੇ ਸਨ, ਘਰ ਸੰਤਾਨ ਨਹੀਂ ਸੀ, ਕੀਰਤਨ ਕਰਕੇ ਉੱਥੇ ਬੈਠ ਗਏ। ਉਹ ਆਰਾਮ ਨਾਲ ਕੀਰਤਨ ਸੁਣ ਕੇ ਅੰਤਰਾਤਮੇ ਟਿਕੇ ਸਨ। ਜਦੋਂ ਨੇਤਰ ਖੁੱਲੇ ਤੇ ਦੇਖਿਆ ਵੀ ਕੀਰਤਨੀਆਂ ਭਾਈ ਭਾਗ ਬੈਠੇ ਨੇ, ਤੇ ਉਹਨਾਂ ਨੇ ਪੁੱਛਿਆ ਜੀ ਆਪ ਜੀ ਕਿਵੇਂ, ਅੱਜ ਬਹੁਤ ਸੋਹਣਾ ਕੀਰਤਨ ਕੀਤਾ। ਜਦੋਂ ਉਹਨਾਂ ਨੇ ਕਹਿ ਦਿੱਤਾ ਅਰਦਾਸ ਕਰੋ ਸਾਡੇ ਘਰ ਸੰਤਾਨ ਨਹੀਂ, ਤੇ ਉਹਨਾਂ ਨੇ ਸ਼ਬਦ ਵਜਦ ਵਿੱਚ ਆ ਕੇ, ਰੱਬ ਰੱਬ ਰੰਗ ਰਤੜੀ ਰੂਹ ਨੇ ਵਜਦ ਚ ਆ ਕੇ ਕਹਿ ਦਿੱਤਾ ਤੇਰੇ ਘਰ ਤਾਂ ਹੀਰਾ ਪੈਦਾ ਹੋਵੇਗਾ, ਗੁਰੂ ਨਾਨਕ ਦੀਆਂ ਸਿਫਤਾਂ ਕਰਨ ਵਾਲਾ ਪੈਦਾ ਹੋਵੇਗਾ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ। ਚਲੋ ਜਨਮ ਹੋਇਆ, ਨਾਮ ਹੀਰਾ ਸਿੰਘ ਰੱਖਿਆ। ਉਹ ਕੀਰਤਨ ਦੇ ਵਿੱਚ ਸਾਖੀ ਕਰਦੇ ਸਨ। ਜਦੋਂ ਕੀਰਤਨ ਕਰਨਾ, ਸ਼ਬਦ ਪੜ੍ਹਨਾ, ਫਿਰ ਉਹ ਸਾਖੀ ਕਰਦੇ ਸਨ। ਤੇ ਉਸ ਵਕਤ ਦੇ ਜਿਹੜੇ ਲੋਕ ਸਨ ਉਹ ਕਹਿੰਦੇ ਸਨ ਕਿ ਹੀਰਾ ਸਿੰਘ ਜਿੱਥੇ ਕੀਰਤਨ ਕਰੇ, ਕੀਰਤਨ ਸੁਣ ਲਿਓ, ਜਦੋਂ ਵਿਆਖਿਆ ਕਰਨ ਲੱਗੇ, ਬੋਲਣ ਲੱਗੇ, ਉੱਠ ਕੇ ਬਾਹਰ ਆ ਜਾਓ, ਅਨਮਤੀ ਇਹ ਕਹਿੰਦੇ ਸਨ, ਕਿਉਂਕਿ ਉਹਦੀ ਵਿਆਖਿਆ ਵਿੱਚ ਇਤਨਾ ਰਸ ਤੇ ਦਮ ਹੈ, ਜੇ ਵਿਆਖਿਆ ਸੁਣ ਲਈ ਤੇ ਤੁਹਾਨੂੰ ਗੁਰੂ ਨਾਨਕ ਦਾ ਸਿੱਖ ਹੋਣ ਲਈ ਮਜਬੂਰ ਹੋਣਾ ਪੈ ਜਾਏਗਾ। ਆਰੀਆ ਸਮਾਜੀ ਕਹਿੰਦੇ ਸਨ ਕਿ ਉਹਦੇ ਵਿਆਖਿਆ 'ਚ, ਉਹਦੀ ਰਸਨਾ 'ਚ ਇੰਨਾ ਰਸ ਹੈ ਕਿ ਜੇ ਵਿਆਖਿਆ ਸੁਣੀ। ਪ੍ਰੋਫੈਸਰ ਸਾਹਿਬ ਸਿੰਘ ਨੇ ਆਪਣੀ ਖੱਡ ਬੀਤੀ ਜੋ ਵਾਪਰੀ ਉਹ ਲਿਖੀ। ਕਹਿੰਦੇ ਨੇ ਅਸੀਂ ਕੀਰਤਨ ਸੁਣ ਲਈ, ਰੋਜ਼ਾਨਾ ਅੰਮ੍ਰਿਤ ਵੇਲੇ ਜਾਣਾ ਕਰਨਾ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਇੰਨਾ ਪਿਆਰਾ ਕੀਰਤਨ ਕਰਦੇ ਸਨ। ਤੇ ਜਦੋਂ ਕੀਰਤਨ ਵਿੱਚ ਵਿਆਖਿਆ ਸ਼ੁਰੂ ਕਰਦੇ ਸਨ, ਸਾਖੀ ਸ਼ੁਰੂ ਕਰਦੇ ਸਨ, ਤੇ ਜਿਹੜੀ ਸਾਖੀ ਅੱਜ ਕੱਲ ਦਿਨ ਬ ਦਿਨ ਅਲੋਪ ਹੁੰਦੀ ਜਾ ਰਹੀ ਹੈ, ਵਿਆਖਿਆ ਵਿੱਚ ਅਲੋਪ ਹੋ ਰਹੀ। ਕਿਉਂਕਿ ਜੇ ਆਪਾਂ ਵੀ ਸ਼ੁਰੂ ਕਰਾਂਗੇ, ਮੈਨੂੰ ਤੇ ਪਤਾ ਇੰਨਾ ਕੁ ਤਜਰਬਾ ਹੋ ਚੁੱਕਾ ਹੈ, ਜੇ ਬਾਣੀ ਦੇ ਪ੍ਰਮਾਣ ਦੇਣੇ ਸ਼ੁਰੂ ਕਰੋ, ਕਹਿਣ ਲੱਗੇ ਸਹਿਜ ਪਾਠ ਹੀ ਕਰੀ ਜਾਂਦੇ ਆ। ਜੇ ਇਤਿਹਾਸ ਸੁਣਾਉਣਾ ਸ਼ੁਰੂ ਕਰੋ, ਛੱਡੋ ਜੀ ਤੇ ਸਾਖੀਆਂ ਸੁਣਾਈ ਜਾਂਦੇ ਆ। ਮੈਂ ਬੇਨਤੀ ਕਰਾਂਗਾ, ਦੁਨੀਆ ਨੂੰ ਸੰਤੁਸ਼ਟ ਕਰਨਾ ਖਾਲਾ ਜੀ ਦਾ ਵਾੜਾ ਨਹੀਂ, ਪਰ ਗੁਰੂ ਹੀ ਸੰਤੁਸ਼ਟ ਹੋਵੇ, ਇਹਦੇ 'ਚ ਹੀ ਭਲਾ ਹੈ। ਭਾਈ ਸਾਹਿਬ ਜਦੋਂ ਸਾਖੀ ਕਰਦੇ ਸਨ, ਵਿਆਖਿਆ ਕਰਦੇ ਸਨ, ਕੀਲੇ ਜਾਂਦੇ। ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਮੈਂ ਕੀਰਤਨ ਸੁਣ ਲਈ ਚਲਾ ਗਿਆ, ਤੇ ਇਹ ਘਟਨਾ ਉਹਨਾਂ ਨੇ ਸਾਹੀਵਾਲ ਦੀ ਲਿਖੀ ਹੈ। ਪਹਿਲਾਂ ਕਹਿੰਦੇ ਨੇ ਲਾਹੌਰ ਸੁਣਿਆ, ਸਾਹੀਵਾਲ ਕਹਿੰਦੇ ਨੇ ਉਹਨਾਂ ਦੇ ਦਰਸ਼ਨ ਹੋਏ, ਮੈਂ ਕੀਰਤਨ ਸੁਣ ਗਿਆ। ਕਹਿੰਦਾ ਮੇਰੇ ਨਾਲ ਅੱਧ-ਖੜ ਉਮਰ ਦੇ 2 ਬੰਦੇ ਬੈਠੇ ਸਨ। ਕਹਿੰਦੇ ਨੇ ਮੇਰੇ ਕੰਨਾਂ 'ਚ ਆਵਾਜ਼ ਪਈ। ਪਹਿਲਾਂ ਤਾਂ ਭਾਈ ਸਾਹਿਬ ਦੀ ਨਿੰਦਿਆ ਕਰਨ ਲੱਗ ਪਏ, ਬੜੇ ਭੈੜੇ ਸ਼ਬਦ ਵਰਤੇ ਹੋ, ਜੇ ਸਟੇਜ ਤੇ ਆ ਰਹੇ ਸਨ, ਉਹਨਾਂ ਦਾ ਟਾਈਮ ਸੀ। ਕਹਿੰਦਾ ਅੰਮ੍ਰਿਤ ਵੇਲਾ ਦੇਖੋ, ਕਹਿੰਦੇ ਨੇ ਪਹਿਲਾਂ ਉਹ ਨਿੰਦਿਆ ਕਰਨ ਲੱਗ ਪਏ। ਕਹਿੰਦੇ ਨੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ। ਮੈਂ ਤਾਂ ਕਿਤਾਬ ਦਾ ਜ਼ਿਕਰ ਕੀਤਾ ਪ੍ਰੋਫੈਸਰ ਸਾਹਿਬ ਜੀ ਦਾ, ਕਿਉਂਕਿ ਉਹ ਝੂਠ ਨਹੀਂ ਲਿਖ ਸਕਦੇ। ਕਹਿੰਦੇ ਮੈਂ ਆਪਣੇ ਕੰਨਾਂ ਨਾਲ ਉਹਨਾਂ ਨੂੰ ਗਾਲਾਂ ਕੱਢਦਿਆਂ ਸੁਣਿਆ। ਆ ਗਿਆ ਪਖੰਡੀ, ਦੰਭੀ, ਜੇਬ ਕਤਰਾ, ਇਹ ਹੁਣ ਐਕਟਿੰਗ ਕਰੇਗਾ, ਸਭ ਕੁਝ ਇਹਨਾਂ ਸ਼ਬਦ ਕਹੇ। ਭਾਈ ਸਾਹਿਬ ਪ੍ਰੋਫੈਸਰ ਸਾਹਿਬ ਸਿੰਘ ਕਹਿੰਦੇ ਨੇ ਮੇਰੇ ਮਨ 'ਚ ਆਇਆ, ਉਹ ਬੰਦਿਓ, ਜੇ ਤੁਸੀਂ ਨਹੀਂ ਕੀਰਤਨ ਸੁਣਨਾ ਤੇ ਕਿਉਂ ਪਾਪਾਂ ਦੀਆਂ ਪੰਡਾਂ ਇਕੱਠੇ ਕਰਦੇ ਪਏ ਹੋ? ਸੰਗਤ ਵਿੱਚ ਉੱਠ ਕੇ ਚਲੇ ਜਾਓ, ਜੇ ਨਹੀਂ ਤੁਹਾਨੂੰ ਪਸੰਦ ਤੇ ਚਲੇ ਜਾਓ ਉੱਠ ਕੇ। ਪ੍ਰੋਫੈਸਰ ਸਾਹਿਬ ਕਹਿੰਦੇ ਨੇ ਵੀ ਭਾਈ ਸਾਹਿਬ ਆ ਗਏ, ਕੀਰਤਨ ਸ਼ੁਰੂ ਕੀਤਾ। ਕਹਿੰਦੇ ਨੇ ਮੈਂ ਦੇਖ ਕੇ ਹੈਰਾਨ ਹੋਇਆ, ਦੇਖੋ ਉਹਨਾਂ ਦੀ ਅੰਤਰ ਦ੍ਰਿਸ਼ਟੀ। ਕਹਿੰਦੇ ਨੇ ਕੀਰਤਨ ਸ਼ੁਰੂ ਕਰ ਦਿੱਤਾ, ਕੀਰਤਨ ਦੀ ਸ਼ਬਦ ਪੜ੍ਹ ਕੇ ਜਦੋਂ ਵਿਆਖਿਆ ਕਰਨ ਲੱਗੇ, ਕਹਿੰਦੇ ਮੈਂ ਇੱਕ ਪਾਸੇ ਉਹ ਗਾਲਾਂ ਕੱਢਣ ਵਾਲੇ ਸਨ, ਮੇਰੇ ਨਾਲ ਬੈਠੇ ਸਨ, ਸਾਹਮਣੇ ਭਾਈ ਸਾਹਿਬ ਸਨ। ਮੈਂ ਸੋਚਾਂ ਕਿਵੇਂ ਅੰਦਰ ਟਿਕੇ, ਕਿਉਂਕਿ ਉਹਨਾਂ ਬਾਰੇ ਕਬੋਲ ਸੁਣ ਰਿਹਾ ਸਾਂ। ਉਹ ਕਹਿੰਦੇ ਨੇ ਭਾਈ ਸਾਹਿਬ ਨੇ ਕੀ ਵਿਆਖਿਆ ਕਰਨ ਲੱਗਿਆ ਕਿਹਾ, ਸਾਧ ਸੰਗਤ ਜੀ, ਮੈਨੂੰ ਸੰਗਤ ਵਿੱਚ ਕਈ ਜੇਬ ਕੁਤਰਾ ਵੀ ਕਹਿੰਦੇ ਪਏ ਆ, ਕਈ ਮੈਨੂੰ ਗੰਢ ਕੱਪ ਵੀ ਕਹਿੰਦੇ ਪਏ ਆ, ਕਈ ਮੇਰੇ ਲਈ ਕਬੋਲ ਵੀ ਬੋਲਦੇ ਪਏ ਆ, ਪਰ ਕਹਿੰਦਾ ਪਿਆਰਿਓ ਇਹ ਗੱਲ ਚੇਤੇ ਰੱਖਿਓ, ਆਪਣੀਆਂ ਜੇਬਾਂ ਤੁਸੀਂ ਹੁਣ ਬਚਾ ਕੇ ਰੱਖ ਲਿਓ। ਮੈਂ ਗੁਰੂ ਨਾਨਕ ਦੀ ਸਿਫਤ ਇੰਨੀ ਕੁ ਕਰਨੀ ਹੈ, ਤੁਹਾਡੀਆਂ ਜੇਬਾਂ ਖਾਲੀ ਕਰ ਦਿਆਂਗਾ। ਪ੍ਰੋਫੈਸਰ ਸਾਹਿਬ ਕਹਿੰਦੇ ਉਹਨਾਂ ਵਿਆਖਿਆ ਸ਼ੁਰੂ ਕੀਤੀ। ਜਿਹੜੇ ਬੰਦੇ ਗਾਲਾਂ ਕੱਢ ਰਹੇ ਸੀ, ਕਬੋਲ ਕਰ ਰਹੇ ਸੀ, ਪ੍ਰੋਫੈਸਰ ਸਾਹਿਬ ਕਹਿੰਦੇ ਮੈਂ ਜਦੋਂ ਝਾਤੀ ਮਾਰੀ, ਦੋਨੇ ਭੂਬਾਂ ਮਾਰ ਕੇ ਰੋ ਰਹੇ ਸਨ, ਉਹਨਾਂ ਦੀਆਂ ਅੱਖਾਂ 'ਚੋਂ ਪਾਣੀ ਸੀ। ਆਪ ਉੱਠ ਕੇ
ਉਹਨਾਂ ਨੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਦੇ ਸਾਹਮਣੇ ਦੀਵਾਨ 'ਚ ਖੜੇ ਹੋ ਕੇ ਭੇਟਾ ਰੱਖੀ, ਹੱਥ ਜੋੜ ਕੇ ਨਮਸਕਾਰ ਕੀਤੀ। ਉਹਨਾਂ ਦੇ ਕਹਿਣ ਤੋਂ ਮੁਰਾਦ ਇਹ ਸੀ ਕਿ ਉਹਨਾਂ ਨੇ ਲਿਖਿਆ ਕਿ ਕਈ ਵਾਰੀ ਅਸੀਂ ਹਰ ਬੰਦੇ ਬਾਰੇ ਗਲਤ ਜਾਣਕਾਰੀ ਮਿਲਦੀ ਹੈ, ਅਸੀਂ ਉਹਦੇ ਬਾਰੇ ਕਬੂਲ ਬੋਲਣ ਲੱਗ ਪੈਂਦੇ ਹਾਂ। ਰੱਬ ਦੀ ਦਰਗਾਹ ਵਿੱਚ ਲੇਖਾ ਦੇਣਾ ਪੈਂਦਾ ਹੈ, ਕਿਉਂਕਿ ਜ਼ਰੂਰੀ ਨਹੀਂ ਜਿਹੜੀ ਸਾਡੀ ਵਿਆਖਿਆ ਉਹੀ ਉਸ ਦੇ ਜੀਵਨ ਤੇ ਢੁਕਦੀ ਹੋਵੇ। ਮੈਂ ਆਪ ਨੂੰ ਬੇਨਤੀ ਜਿਹੜੀ ਕਰ ਲੱਗਾ ਵੀ ਪਰਮਾਤਮਾ ਦੀ ਇਬਾਦਤ ਕਰਨ ਵਾਲੇ ਸੰਤ ਜਨ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਸੰਤ ਜਨ, ਉਹਨਾਂ ਨੂੰ ਆਸਰਾ ਕੀਰਤਨ ਦਾ ਹੈ, ਬੰਦੇ ਦਾ ਆਸਰਾ ਨਹੀਂ, ਮਨੁੱਖ ਦਾ ਆਸਰਾ ਨਹੀਂ। ਜਦੋਂ ਪ੍ਰੋਬਲਮ ਹੋਵੇ, ਜਦੋਂ ਸੰਤ ਸ਼ਬਦ ਕਹਿ ਕੇ ਕਿਸੇ ਰਾਜਨੀਤਿਕ ਬੰਦੇ ਅੱਗੇ ਝੋਲੀ ਅੜਦਾ, ਉਦੋਂ ਸੰਤ ਪੁਣਾ ਨਹੀਂ ਰਹਿੰਦਾ, ਕਿਉਂਕਿ ਜਪਣ ਵਾਲਾ ਖੁਦ ਪਾਤਸ਼ਾਹ ਹੁੰਦਾ ਹੈ। ਜਿਸ ਨੂੰ ਬਖਸ਼ੇ ਸਿਬਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੱਚਾ ਅਮਰ ਸੱਚੀ ਪਾਤਸ਼ਾਹੀ, ਸੱਚੇ ਸੇਤੀ ਰਾਤੇ, ਸੱਚਾ ਸੁਖ ਸੱਚੀ ਵਡਿਆਈ, ਜਿਸ ਕੇ ਸੇ ਤਿਨ ਜਾਤੇ। ਮੈਂ ਫਿਰ ਵਿਸ਼ੇ ਤੇ ਆਵਾਂ, ਉਹ ਸੰਤ ਜਨ ਜਿਨ੍ਹਾਂ ਨੇ ਆਧਾਰ ਗੁਰਬਾਣੀ ਦਾ ਕੀਰਤਨ ਬਣਾਇਆ, ਉਹ ਸੰਤ ਜਨ। ਸੰਤ ਰਹਿਤ ਸੁਣੋ ਮੇਰੇ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨੇ, ਪ੍ਰਭ ਆਪਣੇ ਬਿਨ ਅਵਰ ਨਾ ਜਾਣੇ। ਕੋਟ ਕੋਟ ਆ ਕਾਟਨ ਖਾਰਾ, ਦੁੱਖ दूर करन जी के दातारा, सूरबीर बचन के पली। ऐसे संत जन सूरबीर बचन के बली, कौला बपरी संती शली। हजूर सच्चे पातशाह जी ने क्या संत जन कीर्तन का आसरा लेंदे ने। चलो एक संखेप जी, वैसे तो मैं किसी नूं किवें कह देंगा भी ये बड़ा पहुंचा है, ये बड़ा घटिया है, क्योंकि असी जिन्नी भी बाहरों व्याख्या करांगे वो बाहर मुखी देख के करांगे। बाबा जी ने एक बचन किया है, असी तुसी रोज पढ़ते हो, जेड़ा इंसान जिदा अंदर नाम च भिज गया ना, जिदा मन नाम च बिल्कुल मन गया, कोई दुनिया का ग्रंथ, कोई दुनिया का ज्ञानी, कोई दुनिया का लिखारी उहदे अंदर दी अवस्था नूं नहीं दस सकता। मन्ने की गत, मन्ने की गत कही ना जाए, गुरु साहब जी बचन कर रहा। पर इन्हां शब्दां नूं कई वारी परपंची अपने ते टिका लैंदे आ कि बाबा जी कह गए मन्नण वाले दी अवस्था ही नहीं बाहर हो सकती। पर मैं उस दी गल कर रहा जिहड़ा सचमुच नाम च भिजा है, ओहदी अवस्था नूं कौन बयान कर सकता है। मन्ने की गत कही ना जाए, जे को कहे पिछे पछताए, जे कोई कहण दा यतन करेगा पछताएगा। ਉਹਦੇ ਕੋਲ ਓਡੀ ਵੱਡੀ ਸੁਰਤ। ਫਿਰ ਮੇਰੀ ਬੇਨਤੀ ਸੁਣਿਓ, ਬਾਹਰ ਦੇ ਕਰਮ ਅਸੀਂ ਦੇਖ ਸਕਨੇ ਆ ਵੀ ਕਿਸ ਤਰ੍ਹਾਂ ਬੈਠਾ ਸੀ, ਕਿਸ ਤਰ੍ਹਾਂ ਬੋਲਦਾ ਸੀ, ਕਿਸ ਤਰ੍ਹਾਂ ਖਾਂਦਾ ਸੀ, ਕਿਹੋ ਜਿਹੇ ਲੋਕਾਂ ਨੂੰ ਮਿਲਦਾ ਸੀ, ਪਰ ਅੰਦਰ ਵਾਲੀ ਸੁਰਤ ਦਾ ਨਹੀਂ ਪਤਾ ਸਾਨੂੰ। ਇੱਥੋਂ ਤੱਕ ਕਿ ਮਾਂ ਤੇ ਪੁੱਤਰ ਇਕੱਠੇ ਰਹਿਣ, ਪਤੀ ਪਤਨੀ ਇਕੱਠੇ ਰਹਿਣ, ਭੈਣ ਭਰਾ ਇਕੱਠੇ ਰਹਿਣ, ਬਾਹਰ ਮੁਖੀ ਢਾਂਚੇ ਤਾਂ ਦੇਖ ਸਕਨੇ ਆ, ਅੰਦਰ ਦੀ ਸੁਰਤ ਦਾ ਕਿਸੇ ਨੂੰ ਕੀ ਪਤਾ ਹੈ, ਉਹ ਕਿਸ ਅਵਸਥਾ ਵਿੱਚ ਹੈ। हजूर का एक दिन मैं बेनती की सी कि हंस कोदरे के खेत में आ जाता है, तो लोग डांगा लैके उन्होंने मारन तुरते आ, साडा खेत उजाड़ देगा। तो बाबा साहब कहते वो भले लोगो, तुहानूं ये पता ही नहीं कि हंस की खुराक कोदरा नहीं, एवें ये पिछे डांगा लैके ना पै जाओ, हो सकता तेरे खेत में मोती उगल आया हो। हंस उडर कोदरे पया, लोक भी डारन जाए, गहला लोक ना जानदा, हंस ना कोदरा खाए। हजूर सच्चे पातशाह महाराज उन्हां दा ये पवित्र बचन कि जिहड़ा संत जनक है, साध जनक है, ਉਹਨੂੰ कोई बंदा पग बन के पदवी दे सकता है जी, क्योंकि असीं भी समाज में चुरे पे ना, वो ना पग्गां दे मुताज ने, ना गद्दियां दे मुताज ने, ना पदवियां दे मुताज ने, ना वो बहुत सारी संगत दे आगू दे मुताज ने। इबादत करने वाला सुरत वाला इकल्ला ही बैठा होवे, जे अंदरों जुड़िया है तो प्यारे वो शांति ही है। गुरु जी ने क्या मन्ने की गत कही ना जाए, जे को कहे पिछा पछताए, कागद कलम ना लिखन हार, मन्ने का बह करन विचार, ऐसा नाम निरंजन होए, जे को मन जाने। पहला टिप्पी लगी, जे को मन जाने मन कोए, जेड़ा अपने मन विच नाम नू मन ले, प्यारे उस गुरमुख की अवस्था की कह देंगे। पर असी नहीं कहते, गुरु साहब जी
ਉਹ ਸਾਨੂੰ ਬਾਣੀ 'ਚ ਸੇਧ ਦਿੰਦੇ ਆ ਵੀ ਜਿਹੜਾ ਸੰਤ ਜਨ ਹੈ ਉਹਦੀ ਜ਼ਿੰਦਗੀ ਦੇ ਲੱਛਣ ਤਾਂ ਬੇਅੰਤ ਨੇ, ਪਰ 6 ਗੱਲਾਂ ਸ਼ਲੋਕ ਸਹਿਸਕ੍ਰਿਤੀ ਵਿੱਚ ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰ ਲੈ। ਉਹਨਾਂ ਨੇ ਹਜ਼ੂਰ ਨੇ ਉਸ ਵਿੱਚ ਇਹ ਬਖਸ਼ਿਸ਼ ਕੀਤੀ ਕਿ ਰੱਬ ਦੇ ਪਿਆਰੇ ਦਇਆਲੰਗ ਸਰਬਤਰ ਜੀਆਂ ਪੰਚ ਦੋਖ ਵਿਵਰਜਿਤ ਹੈ। ਰੱਬ ਦੇ ਸੰਤ ਜਨ ਜਿਹੜੇ ਨੇ ਉਹ ਪਹਿਲੀ ਗੱਲ ਉਹਨਾਂ ਦੇ ਮੁਖ ਵਿੱਚ ਮੰਤਰ ਕੇਵਲ ਪ੍ਰਭੂ ਦਾ ਹੈ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ ਦਇਆਲੰਗ ਸਰਬਤਰ ਜੀਆ ਪੰਚ ਦੋਖ ਵਿਵਰਜਿਤ ਹੈ। ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕਮਲ ਰਹਿਤ ਹੈ। ਉਪਦੇਸ਼ੰ ਸਮ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨੇ ਸਰੋਤ ਸਰਵਣੰਗ ਆਪ ਤਿਆਗ ਸਗਲ ਰੇਣੁ ਕਹੈ ਖਟ ਲਖਨ ਪੂਰਨੰਗ ਪੁਰਖ ਹੈ ਨਾਨਕ ਨਾਮ ਸਾਧ ਸੁਵਜਰ ਹੈ। ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਦਾ ਬਚਨ ਹੈ। ਥੋੜੇ ਜਿਹੇ ਅਸੀਂ ਅਰਥ ਦੇ ਕਰ ਲਈਏ। ਉਂਝ ਵੈਸੇ ਮਹਾਰਾਜ ਜੀ ਨੇ 6 ਲੱਛਣ ਦਿੱਤੇ ਨੇ, ਤੁਕਾਂ 6 ਨੇ, ਪਰ ਜੇ ਇਹਦੀ ਵਿਆਖਿਆ ਕਰੋ ਇੱਕ ਇੱਕ ਤੁਕ ਵਿੱਚ ਕਿੰਨੇ ਗਹਿਰੇ ਗੁਣ ਨੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ। ਇਹ ਪਹਿਲਾ ਸਤਿਗੁਰੂ ਨੇ ਗੁਣ ਦੱਸਿਆ। ਕਹਿੰਦੇ ਨੇ ਜਿਹੜਾ ਸੰਤ ਜਨ ਹੈ ਉਹ ਕਿਸੇ ਦੇਵੀ ਦੇਵਤੇ ਦਾ ਮੰਤਰ ਨਹੀਂ ਰਟ ਰਿਹਾ, ਉਹ ਜਾਦੂ ਟੂਣੇ ਵਾਲੇ ਮੰਤਰ ਨਹੀਂ ਰਟ ਰਿਹਾ, ਉਹ ਤਵੀਤ ਤੇ ਧਾਗਿਆਂ ਵਾਲੇ ਮੰਤਰ ਨਹੀਂ ਰਟ ਰਿਹਾ। ਕਿਉਂਕਿ ਅੱਜ ਇਹ ਸ਼ਬਦ ਆਮ ਤੌਰ ਤੇ ਜਿਹੜੇ ਨਾਟਕ ਚੇਟਕ ਕਰਦੇ ਨੇ ਵੀ ਬੜਾ ਪਹੁੰਚਿਆ ਹੈ ਜੀ। ਗੁਰੂ ਸਾਹਿਬ ਕਹਿੰਦੇ ਨੇ ਰੱਬ ਦੇ ਸੰਤ ਦਾ ਪਹਿਲਾ ਲਕਸ਼ਣ ਇਹ ਵੇ ਕਿ ਉਹਦੀ ਰਸਨਾ ਦੇ ਉੱਪਰ ਕੇਵਲ ਪਰਮਾਤਮਾ ਦੇ ਨਾਮ ਦਾ ਮੰਤਰ ਹੈ। ਫਿਰ ਬੇਨਤੀ ਉਹਦੇ ਮੁਖ ਤੇ ਜਿਹੜਾ ਮੰਤਰ ਹੈ, ਜਿਵੇਂ ਭਗਤ ਨਾਮਦੇਵ ਜੀ ਦਾ ਬਚਨ ਹੈ ਨਾ, ਭੈਰੋ ਭੂਤ ਸ਼ੀਤਲਾ ਧਾਵੈ ਖਰ ਬਾਹਨ ਉਸ਼ਾਰ ਉਡਾਵੈ ਖੋਂ ਤੋਂ ਏਕ ਰਮਈਆ ਲੈਖੂੰ ਆਨ ਦੇਵ ਬਦਲਾਵਨ ਦੇਖੂੰ शिव शिव करते जो नर त्यावै बरद चरै डोरू टमकावै माँ माई की पूजा करै नर सै नार होए ओ तरै तू कहियती आद भवानी मुक्ति की बरिया कहाँ छपानी गुरमत राम नाम गौ मीता परनवै नामा इऊं कह गीता। राम नाम संत दे मुख उत्ते सर्व व्यापक परमेश्वर दा नाम है। किसे दा होर कीर्तन जां समझो देवी में शब्द वरते ਇਹ ਨਹੀਂ ਭੂਤ ਪ੍ਰੇਤਾਂ ਦੇ ਨਾਮ ਨਹੀਂ। ਮੰਤਰੰਗ ਰਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ। ਉਹਦਾ ਧਿਆਨ ਜਿਹੜਾ ਸਰਬ ਵਿਆਪਕ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ, ਹਰ ਥਾਂ ਤੇ ਉਹ ਪਰਮਾਤਮਾ ਨੂੰ ਦੇਖਦਾ। ਮੰਤਰੰਗ ਰਾਮ ਨਾਮ ਨਾਮੰਗ ਧਿਆਨੰਗ ਸਰਬਤਰ ਪੂਰਨ ਹੈ ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ। ਉਹਦੇ ਕੋਲ ਗਿਆਨ ਕਾਹਦਾ ਹੈ? ਉਹਨੂੰ ਬਹੁਤ ਸਾਰੇ ਗ੍ਰੰਥ ਚੇਤੇ ਨੇ? ਨਹੀਂ। गुरु अर्जुन देव कहते हैं ओदा ज्ञान है सुरत दी अडोलता। जे दुख आवे ते दुख नूं हंडाना किवें है, जे सुख होवे ते अपने अंदर नूं टिकाना किवें है। क्योंकि दुख विच भी सुरत उलामे देंदी है, दुख विच उलामे देंदी है जी, ते सुख दे विच हौमे करदी। फिर बेनती दुख आवे परमात्मा कीता गुरु ने साडे नाल इह कीता असां की खटिया असां की कमाया की लैना गुरुद्वारे जाके की करना इस तरह। ते दूजे पासे ते जे सुख आवे फिर छाती थापड़ थापड़ के जो असी कर दिता साडे वर्गा कोई होवेगा। रब दा संत जन उहदे कोल ज्ञान है कि जदों दुख दा पहाड़ टुटे उदों किवें सुरत टिकाणी है, जदों सुख आवे ते उदों हंकार तो किवें बचना है। ये दूसरा लक्षण है। ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ। ਉਹਦੇ ਜੀਵਨ ਦੀ ਜਿਹੜੀ ਜੁਗਤ ਹੈ ਉਹ ਮੈਲ ਤੋਂ ਰਹਿਤ ਤੇ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਸੰਤ ਜਨ ਤੇ ਵੈਰੀ ਇਹ ਸ਼ਬਦ ਦੋਵੇਂ ਢੁਕਦੇ ਹੀ ਨਹੀਂ ਜੀ। ਸਿਆਣੇ ਲੋਕ ਤਾਂ ਕਹਿੰਦੇ ਨੇ ਕਿ ਜੇ ਕੁਹਾੜਾ ਚੰਦਨ ਦੇ ਰੁੱਖ ਨੂੰ ਮਾਰ ਦਿਓ ਤੇ ਚੰਦਨ ਉਸ ਕੁਹਾੜੇ ਨੂੰ ਉਸ ਲੋਹੇ ਨੂੰ ਹੀ ਸੁੰਘੋਗੇ ਤੇ ਵਿੱਚੋਂ ਸਮੈਲ ਆਉਣ ਲੱਗ ਪੈਂਦੀ ਏ। ਰੱਬ ਦੇ ਸੰਤ ਜਨ ਦਾ ਕੋਈ ਬੁਰਾ ਕਰਦਾ ਹੋਵੇ ਉਹ ਉਹਦਾ ਵੀ ਭਲਾ ਕਰ ਜਾਂਦਾ। पहला लक्षण मैं बेनती की संत ओ जिहदी रसना ते नाम है। दूजी गल जिहड़ा दुख ते सुख नूं खंडांदा है, निर्मल ते निर्वैर जीवन है। ज्ञानक सम दुख सुख जुगत निर्मल निर्वैर ने दयालंग सरबत्तर जिया पंच दोख भी वर्जित है। वो सारे जीवां ते दयालु ने, कोई जीव आ जाए उहदे ते दया करदे ने। इसे करके मैं एक बार बेनती की सी गुरमुखो सिੱਖੀ दा गुर सिੱਖੀ दा पंथ दी बड़ी वड्डी गल है, पर इस गल नूं कदी ना भुल्लिओ। सिੱਖੀ दा ये सुनहरी सिद्धांत है
ਕਿ ਅਸੀਂ ਜਦੋਂ ਵੀ ਮੰਗਦੇ ਹਾਂ ਕਦਾ ਆਪਣੀ ਕੌਮੀ ਭਲਾ ਨਹੀਂ ਮੰਗਦੇ, ਕੇਵਲ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਸਾਰੀ ਮਾਨਵਤਾ ਦਾ ਭਲਾ ਕਰੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦਾਸ ਨੇ ਇੱਕ ਵਾਰੀ ਕਿਹਾ ਸੀ ਕਿ ਜੇ ਖਾਲਸੇ ਨੂੰ ਵੀ ਨਾਮ ਚੇਤੇ ਆਵੇ ਤੇ ਅਸੀਂ ਉਦੋਂ ਵੀ ਕਹਿੰਦੇ ਹਾਂ ਕਮਾਈ ਖਾਲਸਾ ਕਰੇ, ਇਹਦਾ ਫਲ ਇਹਦੇ ਦੀ ਸਾਰੀ ਦੁਨੀਆ ਦਾ ਭਲਾ ਹੋ ਜਾਏ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਬੱਤਰ ਪੂਰਨ ਗਿਆਨੰਗ ਸਮ ਦੁਖ ਸੁਖੰਗ ਜੁਗਤ ਨਿਰਮਲ ਨਿਰਵੈਰ ਨੇ ਦਇਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਤ ਹੈ। ਸੰਤ ਦਾ ਤੀਜਾ ਲੱਛਣ ਇਹ ਵੇ ਸਾਧੂ ਦਾ, ਸਾਰਿਆਂ ਜੀਵਾਂ ਤੇ ਦਿਆਲੂ ਏ ਕਿ ਜਿਵੇਂ ਲੋਕ ਆਪਣੇ ਘਰ ਦੀਆਂ ਖਿੜਕੀਆਂ ਦਰਵਾਜ਼ੇ ਬੰਦ ਕਰ ਲੈਣ, ਹਨੇਰੀ ਆਏ, ਅੰਦਰ ਧੂੜ ਕੂੜਾ ਮੈਲ ਨਾ ਜਾਏ, ਰੱਬ ਦਾ ਸੰਤ ਜਨ ਸਾਰੀ ਜ਼ਿੰਦਗੀ ਆਪਣੇ ਦਿਲ ਦੇ ਕੋਠੇ ਵਿੱਚ ਕਦੀ ਪੰਜ ਵਿਕਾਰਾਂ ਦੀ ਮੈਲ ਨਹੀਂ ਜਾਣ ਦਿੰਦਾ। ਇਹ ਤੀਸਰਾ ਲੱਛਣ ਹੈ ਉਹਦਾ। ਦਇਆਲੰਗ ਸਰਬੱਤਰ ਜੀਆ ਪੰਚ ਦੋਖ ਵਿਵਰਜਤ ਹੈ। ਭੋਜਨੰ ਗੋਪਾਲ ਕੀਰਤਨ ਅਲਮ ਮਾਇਆ ਜਲ ਕਮਲ ਰਹਿਤਾ ਹੈ। ਉਹ ਕੇਵਲ ਖਾਣ ਵਾਸਤੇ ਨਹੀਂ ਜੀਂਦਾ, ਫਿਰ ਬੇਨਤੀ ਸੁਣਿਓ, ਉਹ ਖਾਣ ਵਾਸਤੇ ਨਹੀਂ ਜੀਂਦਾ, ਉਹ ਜੀਣ ਵਾਸਤੇ ਖਾਂਦਾ ਤੇ ਜੀਂਦਾ ਇਸ ਕਰਕੇ ਮੈਂ ਰੱਬ ਦੀ ਇਬਾਦਤ ਕਰ ਸਕਾਂ। ਖਾਣ ਵਾਸਤੇ ਨਹੀਂ ਜੀਂਦਾ, ਮੇਰੀ ਫਿਰ ਬੇਨਤੀ, ਉਹ ਇਸ ਕਰਕੇ ਨਹੀਂ ਜਿਉ ਰਿਹਾ ਕਿ ਮੈਂ ਬਹੁਤ ਪਦਾਰਥ ਖਾਵਾਂ, ਉਹ ਇਸ ਕਰਕੇ ਅਲਪ ਆਹਾਰ ਕਰ ਰਿਹਾ ਮੈਨੂੰ ਜਿੰਦੇ ਰਹਿਣ ਲਈ ਚੱਲੇ ਪਾਣੀ ਅੰਨ। ਇਹ ਬੋਡੀ ਨੇ, ਇਸ ਮਸ਼ੀਨ ਨੇ ਅੰਨ ਪਾਣੀ ਨਾਲ ਚੱਲਣਾ ਤੇ ਜੀਣਾ ਮੈਂ ਇਸ ਕਰਕੇ ਵੀ ਰੱਬ ਦੀ ਇਬਾਦਤ ਕਰਾਂਗਾ। ਮਹਾਰਾਜ ਜੀ ਬਚਨ ਕਰ ਰਿਹਾ, ਭੋਜਨ ਗੋਪਾਲ ਕੀਰਤਨ ਹੈ, ਉਹਦਾ ਭੋਜਨ ਗੋਪਾਲ ਦਾ ਕੀਰਤਨ ਹੈ। ਅਲਪ ਮਾਇਆ ਜਲ ਕਮਲ ਰਹਿਤਾ ਹੈ, ਉਹ ਮਾਇਆ ਵਿੱਚ ਰਹਿੰਦਾ ਹੈ ਪਰ ਇਸ ਤਰ੍ਹਾਂ ਨਿਰਲੇਪ ਰਹਿੰਦਾ ਹੈ ਜਿਵੇਂ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ। ਇਹ ਚੌਥਾ ਲੱਛਣ ਹੈ ਸੰਤ ਦਾ। ਖੈਰ ਇਸ ਦੀ ਕਿਤੇ ਵਿਆਖਿਆ ਗੁਰਮੁਖ ਪਿਆਰੇ ਅਨੇਕਾਂ ਨੇ ਕੀਤੀ, ਕੋਈ ਜ਼ਰੂਰੀ ਨਹੀਂ ਮੈਂ ਬਹੁਤ ਗਿਆਨ ਝਾੜ ਰਿਹਾ, ਆਪਾਂ ਤਾਂ ਸਿਫਤ ਰੂਪ ਗੁਰੂ ਦੀ ਕਥਾ ਕਰ ਰਹੇ ਹਾਂ। ਹਾਂ, ਇੱਕ ਇੱਕ ਤੁਕ ਦੇ ਕਈ ਕਈ ਦਿਨ ਇਹਦੇ ਅਰਥ ਹੋ ਸਕਦੇ ਆ। ਪੰਜਵਾਂ ਲੱਛਣ ਹੈ ਉਪਦੇਸ਼ੰਗ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ। ਰੱਬ ਦੇ ਸੰਤ ਜਨ ਜਦੋਂ ਉਪਦੇਸ਼ ਕਰਦੇ ਆ, ਇਹ ਨਹੀਂ ਕਿ ਪੁੱਤਰਾਂ ਨੂੰ ਹੋਰ, ਬਿਰਾਦਰੀ ਨੂੰ ਹੋਰ, ਕੌਮ ਨੂੰ ਹੋਰ, ਦੂਜਿਆਂ ਨੂੰ ਹੋਰ, ਉਹ ਜਦੋਂ ਉਪਦੇਸ਼ ਕਰਦੇ ਆ ਭਾਵੇਂ ਮਿੱਤਰ ਆ ਜਾਏ ਤੇ ਭਾਵੇਂ ਦੁਸ਼ਮਣ ਆ ਜਾਏ, ਉਹਨਾਂ ਦਾ ਉਪਦੇਸ਼ ਇੱਕੋ ਜਿਹਾ ਹੀ ਹੈ। ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ, ਵੇਖੋ ਲੋਕੋ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ, ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਬਾਬੇ ਦੇ ਚਰਨਾਂ ਦੀ ਬਰਕਤ ਐਸੀ ਹੋ ਗਈ, ਹਿੰਦੂ ਘਰ ਵੀ ਮੁਸਲਮਾਨ ਘਰ ਵੀ ਘਰ ਘਰ ਬਾਬਾ ਗਾਵੀਏ ਵੱਜਨ ਤਾਲ ਮਿਰਦੰਗ ਰਬਾਬਾ। ਸੰਤ ਬਰਾਬਰ ਉਪਦੇਸ਼ ਦਿੰਦਾ ਹੈ। ਉਪਦੇਸ਼ ਸਿੰਘ ਸਮ ਮਿੱਤਰ ਛਤਰੈ, ਉਪਦੇਸ਼ ਕੀ ਦਿੰਦਾ ਹੈ? ਭਗਵੰਤ ਪਰਮਾਤਮਾ, ਭਗਤ ਭਾਵਨੀ ਪਰਮਾਤਮਾ ਦੀ ਪ੍ਰੇਮਾ ਭਗਤੀ ਤੇ ਭਾਵਨਾ ਦਾ ਉਪਦੇਸ਼ ਦਿੰਦਾ ਹੈ ਕਿ ਜੇ ਪਰਮਾਤਮਾ ਨੂੰ ਪਾਣਾ ਤੇ ਉਹਦੀ ਪ੍ਰੇਮਾ ਭਗਤੀ ਕਰੋ। ਜਿਵੇਂ ਬਾਬਾ ਜੀ ਕਹਿੰਦੇ ਨਾ, ਭਾਉ ਭਗਤ ਕਰ ਨੀਚ ਸਦਾਏ ਤਉ ਨਾਨਕ ਮੋਖ ਅੰਤਰ ਪਾਏ। ਉਪਦੇਸ਼ ਸਿੰਘ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ, ਇਹ ਪੰਜ ਹੋ ਗਏ ਜੀ। ਛੇਵਾਂ ਸੰਤ ਦਾ ਲਕਸ਼ਣ ਹੈ ਪਰ ਨਿੰਦਾ ਨੇ ਸਰੋਤ ਸਰਵਣੰਗ, ਪਰਾਈ ਨਿੰਦਿਆ ਕਦੀ ਕਿਸ ਕੰਨਾਂ ਨਾਲ ਸੁਣਦਾ ਨਹੀਂ। ਮਹਾਰਾਜ ਕਹਿੰਦੇ ਨੇ ਆਪ ਤਿਆਗ, ਆਪਣੀ ਕੌਮੇ ਨੂੰ ਤਿਆਗ ਦਿੱਤਾ, ਸਗਲ ਰੇਣੁ ਕੈ ਸਭ ਦੇ ਚਰਨਾਂ ਦੀ ਧੂੜ ਬਣ ਗਿਆ। ਖਟ ਲਖਣ ਪੂਰਨੰਗ ਪੁਰਖ ਹੈ, ਇਹ ਮਹਾਂਪੁਰਖ ਪੂਰਨ ਹੈ ਜਿਹਦੇ ਵਿੱਚ ਇਹ 6 ਲੱਛਣ ਨੇ। ਫਿਰ ਬੇਨਤੀ, ਸਿਮਰਨ ਹੈ, ਸਰਬ ਵਿਆਪੀ ਧਿਆਨ ਹੈ, ਦੁੱਖ ਸੁੱਖ ਬਰਾਬਰ ਜਾਣਦਾ ਹੈ, ਸਾਰਿਆਂ ਜੀਵਾਂ ਤੇ ਦਿਆਲੂ ਰਹਿੰਦਾ ਹੈ, ਮਾਇਆ ਵਿੱਚ ਨਿਰਲੇਪ ਰਹਿੰਦਾ ਹੈ, ਮਿੱਤਰ ਛਤਰ ਨੂੰ ਇੱਕ ਜਿਹਾ ਉਪਦੇਸ਼ ਦਿੰਦਾ ਹੈ ਤੇ ਸਾਰਿਆਂ ਦੀ ਚਰਨਾਂ ਦੀ ਧੂੜ ਬਣ ਕੇ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਪਰ ਨਿੰਦਾ ਨੇ ਸਰੋਤ ਸਰਵਣੰਗ, ਆਪ ਤਿਆਗ ਸਗਲ ਰੇਣਕੈ, ਖਟ ਲਖਣ ਪੂਰਨੰਗ ਪੁਰਖ ਹੈ, ਨਾਨਕ ਨਾਮ ਸਾਧ ਸਵਜਨ, ਉਹਨੂੰ ਸਾਧੂ ਜਨ ਕਿਹਾ ਜਾਂਦਾ ਹੈ। ਇਹੋ ਜਿਹਾ ਸਾਧੂ ਜਨ ਦਾ ਜ਼ਿਕਰ ਅੱਜ ਗੁਰੂ ਅਰਜੁਨ ਦੇਵ ਇੱਥੇ ਕਰ ਰਹੇ ਕਿ ਰੱਬ ਦੇ ਸੰਤ ਜਨ ਦਿਆਲੂ, ਪਰਮਾਤਮਾ ਦੇ ਸੰਤ, ਉਹਨਾਂ ਦਾ ਉਧਾਰ ਹੁੰਦਾ ਹੈ ਕਿਉਂਕਿ ਉਹਨਾਂ ਨੇ ਪਰਮਾਤਮਾ ਦੇ ਕੀਰਤਨ ਦਾ ਆਸਰਾ ਲਿਆ ਹੈ। ਕੀਰਤਨ, ਚਲੋ ਵੈਸੇ ਇਸ ਵਿੱਚ ਇੱਕ ਇੱਕ ਬਚਨ ਜਿਹੜਾ ਸ਼ਲੋਕ ਦਾ
रोक के विचारन वाला कीर्तन बड़ी वड्डी रब दी दात है। साध संगत जी, मैं एक बार अर्ज की सी, इसे दरबार साहब एक अनमति सज्जन आए सन, उन्होंने कीर्तन सुनिया, अंदर टिक के बैठ गए। तुसी दूरों नेड़े आए हो तो मैं एक बेनती करांगा, जे चंगी लगे इत्थे अपनी थां बना के जाओ। थां बना के जान दा मतलब की कमरा नहीं, पर कर्मां विच किते भी जिथे भी थां मिल जाए अंदर टिकदा होवे। अपनी सुरत नूं शब्द भी जोड़ियो। वैगुरू मैं उपदेशक बन के कह रहा, मेरी अवस्था नहीं। जे मान लो बेनती दे शब्द पढ़े जा रहे, खां मैले तुम उजल करते, उदों सुरत जोड़ लियो, सतगुरु ये मेरा जीवन है, तुसी पवित्र हो, मैनू उजलियां कर दियो। जे शब्द पढ़िया जा रहा, मेरी प्रीत गोबिंद स्यो जिन घटै, मैं तो मोल महंगी लई जी सटै, फिर बेनती करियो सतगुरु इहो जी अवस्था मैनू भी बख्श दे। ये आप जी दी है। शब्द सुन के अपने जीवन नूं नाल नाल देखी जाइए, ते आप जिस थां ते बैठोगे 2 दिन 4 दिन लगातार, आप जिन्ने दिन आयो टेक के बैठो, रात नूं दिने, जदों आप शब्द सुरत उत्थे अभ्यास करोगे, तुसी धरती दे किसे कोने विच भी चले जाओ, जिथे सिमरन च बैठोगे उस थां नूं चेते कर लियो, ये औरा उत्थे भी असर करेगा, क्योंकि शब्द की बरकत ऐसी है। मैं तां ही बेनती की थां बनानी चाहिए जी सुरत करके। हुण इत्थे कीर्तन है, अठे पैर मालक। तुसीं दसो, आप जी दरबार साहब बैठे हो, कोई वेला है जदों इत्थे बंदगी नहीं हुंदी पई? कीर्तन असीं कहांगे जी कीर्तन की समाप्ति तो बाद अजे किवाड़ बंद नहीं हुंदा, जिन्हां ने सेवा करनी वो गुटके पकड़ के पहले ही बैठे हुंदे आ, सेवा करने वाले सज्जन। फिर थां थां 4 चफेरे आप जी देखोगे, रात नूं पता नहीं किन्नियां कु रूहां चुड़ियां होईयां, वो इस परिक्रमा विच बैठियां गुरु रामदास दी किरपा नूं मार रहीआं ने। उन्हां कीर्तन सुनिया, कीर्तन सुन तो बाद वो बाहर निकल गए, ते इन्ने चा गए, इन्ने उमा चाहे, अंदर सुरत उछली। ते लोकां पुछया, जो साथियां ने की देखा, उन्होंने इको गल कही, कहंदा अवतार पीर पैगंबर बहुत आए, अवतार आए, पैगंबर आए, गुरु आए, अपने समय सभी चले गए, आए और चले गए। वो कहता, अरे लोगो, गुरु नानक आया वो गया नहीं, कीर्तन का रूप धारण करके हर मंदिर में बैठ गया है, शब्द का रूप धारण करके हर मंदिर में बैठा है। कीर्तन एक रब दी ओ दात है, ते इकल्ले असीं नहीं करते। आप एक 27ਵੀਂ पौड़ी जपजी साहब की पढ़ते हो, चलो ये पौड़ी रह रास विच भी आउंदा है, पहला शब्द असीं पढ़ने आ, ते आ राग आसा विच साडे तो बिना, इस कीर्तन तो बिना कीर्तन बहुत हो रहा है। गुरु साहब ने उहदे विच 3 तरह के कीर्तन का जिक्र किया। एक अदृष्ट है, गावन तुदनू जति सती संतोखी, गावन तुदनू वीर करारे, ये दृष्टमान है। गावन तुदनू पंडित पण रखीशर, ये दृष्टमान है। मैं राय रस वाला शब्द बरते हैं, गावन तुदनू पवन पानी बसंतर गावे, राजा धर्म दुआरे, ये अदृष्ट कीर्तन है। अदृष्ट भी गाया जा रहा है, दृष्टमान भी गाया जा रहा है। ते प्यारिओ, इकल्ला दृष्ट अदृष्ट इस धरती का नहीं, गावन तुदनू खंड मंडल ब्रह्मंडा, खंड ब्रह्मंड भी परमात्मा की कीर्ति करते पे। महाराज कहते हैं, रब दा संत जन ओदी जिंदगी का आधार कीर्तन है। कीर्तन करके दयालु परमात्मा ने उन्होंने पार किया। हाँ, ओदी संगत करके निर्मलन साध संगेन, ओदी कीर्तन ओदी संगत करके अपवित्र हिरदे भी पवित्र हो जाते हैं, मैले हिरदे भी सच्ची मुच्ची पवित्र। मैं उन्हें भाई साहब की उदाहरण दी, भाई हीरा सिंह जी की। किहड़ी चीज़ सी, एक खिन विच दुनिया की कोई सिलेबस, कोई ज्ञान उन्हां बंदियां नूं चेंज कर सकता सी। भाई साहब जी दे संगत विच कीर्तन करन दी इन्नी बरकत सी, गालां कड्ढण वाले बंदे माफियां मंगण ते आ गए। गुरु साहब कहंदे आ कि जिहड़ा संगत करदा उस हिरदे दी महिमा, साधु संग की सुन हो मेरे मीता, मैल खोई कोट अग हरे निर्मल पै चीता।
ਉਹਨਾਂ ਦੀ ਸੰਗਤ ਕਰਕੇ ਅੰਦਰ ਹਿਰਦਾ ਨਿਰਮਲ ਹੋ ਜਾਂਦਾ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲਨ ਮਿਟਈ ਕਾਮ। ਹੁਣ ਮਹਾਰਾਜ ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ। ਚੰਦਨ ਆਪ ਸਮਝਦੇ ਹੋ, ਕਿਉਂਕਿ ਇਹ ਹੁਕਮ ਪਵਿੱਤਰ ਕਾਫੀ ਵਾਰੀ ਆਉਂਦਾ ਹੈ। ਵਿਆਖਿਆ ਗੁਰਮੁਖ ਜਨ ਕਰਦੇ ਨੇ। ਚੰਦਨ, ਚੰਦਨ ਦੀ ਜਿਹੜੀ ਤਸੀਰ ਹੈ ਉਹ ਠੰਡੀ ਹੁੰਦੀ ਹੈ। ਉਹਦੇ 'ਚ ਇੰਨੀ ਠੰਡ ਹੁੰਦੀ ਹੈ ਕਿ ਜ਼ਹਿਰ ਨਾਲ ਭਰਿਆ ਹੋਇਆ ਸੱਪ ਵੀ ਚੰਦਨ ਦੇ ਰੁੱਖ ਨੂੰ ਜਦੋਂ ਚੱਟਦਾ ਤੇ ਉਹਦੀ ਤਪਸ਼ ਕਰਕੇ ਉਹਨੂੰ ਠੰਡ ਪੈ ਜਾਂਦੀ। ਚੰਦਨ ਕਰਕੇ ਚੰਦਨ ਠੰਡਾ ਹੁੰਦਾ। ਲੋਕ ਮਸਤਕ ਆਦਿਕ ਤੇ ਲਾਉਂਦੇ ਆ। ਗੁਰੂ ਸਾਹਿਬ ਕਹਿੰਦੇ ਨੇ ਸਕਿਨ ਤੇ ਚਮੜੀ ਤੇ ਚੰਦਨ ਦਾ ਲੇਪਨ ਕਰ ਲਏਗਾ, ਪਰ ਜਿਹੜਾ ਅੰਦਰ ਖਿਆਲਾਂ ਦਾ ਭੱਠ ਤਪਦਾ ਪਿਆ ਉਹ ਤਾਂ ਚੰਦਨ ਨਾਲ ਵੀ ਠੰਡਾ ਨਹੀਂ ਹੋਣਾ। ਈਰਖਾ ਚੰਦਨ ਨਾਲ ਠੰਡੀ ਹੋ ਜੂਗੀ। ਮੰਨ ਲਓ ਬਾਹਰ ਚੰਦਨ ਲਾਇਆ ਮੱਥੇ ਤੇ ਅੰਦਰ ਅੱਗ ਬਲਦੀ ਪਈ ਹੈ ਈਰਖਾ ਦੀ, ਦਵੈਸ਼ ਦੀ, ਰਾਗ ਦੀ, ਕਾਮ ਦੀ, ਕ੍ਰੋਧ ਦੀ, ਲੋਭ ਮੋਹ ਹੰਕਾਰ ਦੀ। ਗੁਰੂ ਸਾਹਿਬ ਕਹਿੰਦੇ ਆ ਚੰਦਨ ਹੈ ਠੰਡਾ, ਪਰ ਪਿਆਰਿਓ ਚੇਤੇ ਰੱਖਿਓ ਅੰਦਰ ਖਿਆਲਾਂ ਦੀ ਤਪਸ਼ ਨੂੰ ਕਦੀ ਚੰਦਨ ਵੀ ਨਹੀਂ ਮਿਟਾ ਸਕਦਾ। ਅੱਗੇ ਸਤਿਗੁਰੂ ਕਹਿਣਗੇ ਉਹ ਠੰਡੇ ਕਿਵੇਂ, ਤੇ ਬੜਾ ਇਹ ਭੱਠ ਤਪਦੇ ਪਏ ਨੇ ਪਿਆਰਿਓ, ਪੁੱਛੋ ਕੁਝ ਨਾ। ਗੁਰੂ ਸਾਹਿਬ ਤੇ ਅਸੀਂ ਜਿਵੇਂ ਚਲੋ ਫਿਜ਼ੀਕਲ ਤੌਰ ਤੇ ਕਹਿੰਦੇ ਆ ਨਾ ਜੀ, ਅੱਜ ਕੱਲ੍ਹ ਪੂਰਾ ਜ਼ੋਰ ਚੱਲਿਆ ਵੀ ਹਰ ਗੱਲ ਸਾਇੰਟੀਫਿਕ ਤਰੀਕੇ ਨਾਲ ਸਿੱਧ ਕਰੋ। ਤੇ ਮੈਂ ਕਹਿੰਦਾ ਬਾਬਾ ਜੀ ਨੇ ਜੋ ਕੁਝ ਬਾਣੀ 'ਚ ਕਿਹਾ ਐਵੇਂ ਕੈਮਰੇ ਐਕਸਰੇ ਨਾਲ ਚੁੱਕੀ ਫਿਰੋ, ਨਹੀਂ ਜੇ ਹੋਣੇ ਸਿੱਧ। ਹੁਣ ਸਾਡੇ ਸਰੀਰ ਦੇ ਜਿਹੜੇ ਇੰਟਰਨਲ ਪਾਰਟ ਨੇ, ਅਦ੍ਰਿਸ਼ਟ ਨੇ, ਅਸੀਂ ਕਹਾਂਗੇ ਜੀ ਹਾਰਟ ਏ, ਸਾਡੀਆਂ ਕਿਡਨੀਆਂ ਨੇ, ਸਾਡਾ ਲੀਵਰ, ਇਹ ਸ਼ਬਦ ਵਰਤਾਂਗੇ ਨਾ, ਨਾੜੀਆਂ ਨੇ। ਪਰ ਬਾਬਾ ਜੀ ਤਾਂ ਕਹਿੰਦੇ ਨੇ ਹਰ ਬੰਦੇ ਦੇ ਅੰਦਰ, ਹਰ ਨਹੀਂ, ਜਿਹੜਾ ਬੰਦਾ ਨਾਮ ਤੋਂ ਟੁੱਟਾ ਹੈ ਉਹਦੇ ਅੰਦਰ 4 ਦਰਿਆ ਪੈ ਚੱਲਦੇ ਨੇ ਅੱਗ ਦੇ। ਹੁਣ ਕੈਮਰੇ ਵਿੱਚ ਤੇ ਆਉਣੇ ਕੋਈ ਨਹੀਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ। ਹੰਸ ਹਿੰਸਾ, ਲੋਭ ਲਾਲਚ, ਕੋਪ ਗੁੱਸਾ, ਹੇਤ ਮੋਹ, ਇਹ ਚਾਰੇ ਦਰਿਆ ਵਗਦੇ ਪਏ ਆ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਭਵੇਂ ਦੱਜੈ ਨਾਨਕਾ ਤਰੀਐ ਕਰਮੀ ਲੱਗ। ਅੰਦਰ ਕਿੰਨਾ ਤਪਦਾ। ਜਦੋਂ ਬੰਦਾ, ਪਿਆਰਿਓ ਮੇਰੀ ਬੇਨਤੀ ਜੇ, ਬਾਹਰ ਦੀ ਤਪਸ਼ ਹੁੰਦੀ ਹੈ ਕਿ ਕਿਸੇ ਨੇੜੇ ਜਾਈਏ, ਹੈ ਨਾ, ਮੰਨ ਲਓ ਅੱਗ ਤਪਦੀ ਪਈ ਹੈ, ਕੋਲ ਚਲੇ ਜਾਓ, ਤਪਸ਼ ਲੱਗੇਗੀ। ਖਿਆਲ ਦੀ ਤਪਸ਼ ਇੰਨੀ ਭੈੜੀ ਏ, ਕਈ ਵਾਰੀ ਗੁਟਕਾ ਸੁਖਮਨੀ ਸਾਹਿਬ ਦਾ ਖੋਲਿਆ ਹੁੰਦਾ ਤੇ ਜਿਹਦੇ ਨਾਲ ਈਰਖਾ ਹੁੰਦੀ ਹੈ ਉਹਦਾ ਖਿਆਲ ਆ ਜਾਏ, ਬੰਦਾ ਪਾਠ ਕਰਦਾ ਕਰਦਾ ਹੀ ਤਪੀ ਜਾਂਦਾ। ਫੁਰਨੇ ਦੀ ਤਪਸ਼ ਨੂੰ ਮਿਟਾਉਣਾ ਕੋਈ ਛੋਟਾ ਕੰਮ ਨਹੀਂ। ਅੰਦਰ ਦੀ ਜਿਹੜੀ ਤਪਸ਼ ਹੈ, ਗੁਰੂ ਜੀ ਕਹਿੰਦੇ ਆ ਇਹ ਤਪਸ਼ ਨਹੀਂ ਮਿਟੇਗੀ ਚੰਦਨ ਨਾਲ। ਜਿਹਨੂੰ ਗੁਰੂ ਜੀ ਨੇ ਕਿਹਾ ਅੰਤਰ ਅਗਨ ਬਾਹਰ ਤਨ ਸੁਆਹ। ਅੰਦਰ ਅੱਗ ਹੈ, ਕੀ ਬਣੇਗਾ? ਬਾਹਰ ਗਿਆਨ ਧਿਆਨ ਇਸ਼ਨਾਨ ਦਾ ਜ਼ਿਕਰ ਕੀਤਾ ਗੁਰੂ ਜੀ ਨੇ। ਅੰਤਰ ਵਿਆਪੈ ਲੋਭ ਸਵਾਨ ਦਾ ਜ਼ਿਕਰ ਕੀਤਾ। ਚੰਦਨ ਦਾ ਲੇਪਨ ਕਰਨ ਦੇ ਨਾਲ ਮਾਨਸਿਕ ਫੁਰਨਿਆਂ ਦੀ ਤਪਸ਼ ਨਹੀਂ ਮਿਟ ਸਕਦੀ, ਕਿਉਂਕਿ ਚੰਦਨ ਉਹਨੂੰ ਠੰਡ ਨਹੀਂ ਪਹੁੰਚਾ ਸਕਦਾ। ਚੰਦਨ, ਚੰਦ, ਚੰਦਰਮਾ ਦੀਆਂ ਸ਼ੀਤਲਤਾ, ਇਹ ਵੀ ਫੁਰਨਿਆਂ ਨੂੰ ਠੰਡੇ ਨਹੀਂ ਕਰ ਸਕਦੀਆਂ। ਸਰਦ ਰੁੱਤ, ਆ ਸਰਦੀ ਦੀ ਜਿਹੜੀ ਰੁੱਤ ਹੈ, ਠੰਡ ਦਾ ਜਿਹੜਾ ਮੌਸਮ ਹੈ, ਇਹ ਵੀ ਸਾਡੇ ਅੰਦਰ ਦੇ ਖਿਆਲਾਂ ਨੂੰ ਠੰਡਿਆ ਨਹੀਂ ਕਰ ਸਕਦਾ। ਚੰਦਨ ਚੰਦ ਨਾ ਸਰਦ ਰੁੱਤ ਮੂਲ, ਬਿਲਕੁਲ ਵੀ ਨਹੀਂ। ਮੂਲ ਦਾ ਅਰਥ ਕਰਾਂਗੇ ਬਿਲਕੁਲ ਉੱਕਾ ਹੀ ਨਹੀਂ। ਮੂਲ ਨਾ ਮਿੱਠੀ ਕਾਮ, ਇਹ ਜਿਹੜੀ ਅੰਦਰ ਕਾਮ ਹੈ, ਇਹ ਤਪਸ਼ ਹੈ, ਇਹ ਬਿਲਕੁਲ ਨਹੀਂ ਮਿਟ ਸਕਦੀ। ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਸੀਤਲ ਥੀਵੈ ਨਾਨਕਾ, ਬੰਦੇ ਨੂੰ ਠੰਡ ਪੈ ਸਕਦੀ ਹੈ, ਸ਼ਾਂਤ ਹੋ ਸਕਦਾ ਹੈ, ਪਰ ਕਦੋਂ? ਜਦੋਂ ਪਰਮਾਤਮਾ ਦੇ ਨਾਮ ਨੂੰ ਜਪੇਗਾ। ਨਾਮ ਤੋਂ ਬਿਨਾ ਠੰਡ ਕੋਈ ਨਹੀਂ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ, ਨਾਮ ਹੀ ਠੰਡ ਹੈ। ਜਿਉਂ-ਜਿਉਂ ਨਾਮ ਜਪਾਂਗੇ, ਸਿਮਰਨ ਕਰਾਂਗੇ, ਤਿਉਂ-ਤਿਉਂ ਠੰਡ ਨਿਕਲੇਗੀ। ਪਰ ਇਹ ਗੱਲ ਹੋਰ, ਕਈ ਵਾਰੀ ਨਾਮ ਜਪਣ ਵਾਲਾ ਵੀ ਗੁੱਸੇ 'ਚ ਆ ਜਾਂਦਾ। ਹਾਂਜੀ, ਸ਼੍ਰੀਮਾਨ ਭਾਈ ਸਾਹਿਬ ਗੁਰਦਾਸ ਜੀ ਨੂੰ ਪੁੱਛਿਆ ਵੀ ਬਾਣੀ ਕਹਿੰਦੀ ਠੰਡ ਸ਼ਾਂਤ, ਤੇ ਕਈ ਵਾਰੀ ਇਹ ਵੀ ਬੰਦੇ ਕ੍ਰੋਧਿਤ ਹੁੰਦੇ ਦਿਸਦੇ ਪਏ ਆ। ਭਾਈ ਸਾਹਿਬ ਨੇ ਉੱਥੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਹੈ ਸਮਝਣ ਲਈ। ਉਹ ਕਹਿੰਦੇ ਨੇ ਵੀ ਉਹਨਾਂ ਦਾ ਕ੍ਰੋਧ ਵਿਨਾਸ਼ਕਾਰੀ ਨਹੀਂ, ਆਇਆ ਹੈ
ਤੇ ਨਾਮ ਨਾਲ ਇੰਨੇ ਕਿ ਜੁੜੇ ਨੇ, ਉਹ ਨਾਮ ਨੇ ਉਹਨਾਂ ਦੇ ਉਸ ਕ੍ਰੋਧ ਨੂੰ ਠੰਡ ਵਰਤਾ ਦੇਣੀ ਹੈ। ਉਦਾਹਰਨ ਕੀ ਦਿੰਦੇ ਆ, ਕਹਿੰਦੇ ਸੋਨੇ ਦਾ ਭਾਂਡਾ ਠੋਕਰ ਵੱਜੇ ਟੇਢਾ ਹੋ ਜਾਏ ਤੇ ਉਸ ਟੇਢੇ ਨੂੰ ਆਪਾਂ ਸਿੱਧਿਆ ਕਰ ਲਾਂਗੇ। ਮਿੱਟੀ ਦਾ ਭਾਂਡਾ ਠੋਕਰ ਵੱਜ ਕੇ ਟੁੱਟ ਜਾਏ, ਉਹਨੂੰ ਕਿੰਨੇ ਜੋੜ ਲੈਣਾ ਦੁਬਾਰਾ ਜੀ। ਕਹਿੰਦੇ ਗੁਰਮੁਖ ਦਾ ਅੰਦਰ ਉਸ ਸੋਨੇ ਦੇ ਬਰਤਨ ਦੀ ਤਰ੍ਹਾਂ ਹੈ, ਟੇਢਾਪਨ ਆਉਂਦਾ ਹੈ ਤੇ ਉਹਨੂੰ ਅੰਦਰੋਂ ਚੋਟ ਮਾਰ ਕੇ ਠੋਕਰ ਲਾ ਕੇ ਸਿੱਧਿਆ ਕਰ ਲੈਂਦੇ ਆ। ਕਿਤੇ ਆਉਂਦਾ ਦਿਸਦਾ ਹੋਵੇ ਤੇ ਉਹ ਬਿਲਕੁਲ ਅੰਤਰ ਆਤਮੇ ਥੋੜਾ ਜਿਹਾ ਸ਼ਬਦ ਦੀ ਜਦੋਂ ਠੋਕਰ ਵੱਜਦੀ ਉਹ ਉਸੇ ਅਵਸਥਾ ਵਿੱਚ ਫਿਰ ਆ ਜਾਂਦਾ ਹੈ, ਮਨਮੁਖ ਨਹੀਂ ਬਣਦਾ। ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਵੀ ਜਿਹੜਾ ਅੰਦਰ ਦਾ ਕ੍ਰੋਧ ਹੈ, ਅੰਦਰ ਦੀ ਤਪਸ਼ ਹੈ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰਨਾਮ, ਕਲ ਤਾਤੀ ਠੰਡਾ ਹਰਨਾਉ, ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਗੁਰੂ ਸਾਹਿਬ ਕਹਿੰਦੇ ਆ ਇਹ ਦੁਨੀਆ ਅੱਗ ਹੈ, ਪਰਮਾਤਮਾ ਦਾ ਨਾਮ ਠੰਡ ਵਰਤਾਨ ਵਾਲਾ ਹੈ। ਪੌੜੀ ਚਰਨ ਕਮਲ ਕੀ ਓਟ, ਉਦਰੇ ਸਗਲ ਜਨ। ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਉਦਰੇ ਸਗਲ ਜਨ ਤੋਂ ਅਰਥ ਕਰੀਏ ਰੱਬ ਦੇ ਪਿਆਰੇ ਜਨ ਸਾਰੇ, ਉਹਨਾਂ ਦਾ ਉਧਾਰ ਪਤਾ ਕਿਵੇਂ ਹੋਇਆ? ਚਰਨ ਕਮਲ ਕੀ ਓਟ। ਉਹਨਾਂ ਨੇ ਪਰਮਾਤਮਾ ਦੇ ਚਰਨ ਕਮਲਾਂ ਦੀ, ਗੁਰੂ ਦੇ ਚਰਨ ਕਮਲਾਂ ਦੀ ਓਟ ਲਈ। ਉਸ ਓਟ ਦੀ ਬਦੌਲਤ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਇੱਕ ਵਾਰ ਅਰਜ਼ ਕੀਤੀ ਸੀ, ਬਾਣੀ ਵਿੱਚ ਚਰਨ ਕਮਲ ਸ਼ਬਦ ਬੜੀ ਵਾਰੀ ਆਇਆ। ਚਰਨ ਵੀ ਮਾਈ ਚਰਨ ਗੁਰ ਮੀਠੇ, ਮਾਈ ਗੁਰ ਚਰਨੀ ਚਿਤ ਲਾਈਏ, ਚਰਨ ਕਮਲ ਗੁਰ ਆਸ਼ਰਮ ਦੀਆ, ਚਰਨ ਕਮਲ ਕੀ ਮੌਜ ਕੋ ਕਹਿ ਕੈਸੋ ਅਨੁਮਾਨ, ਭਗਤ ਕਬੀਰ ਜੀ ਨੇ। ਪਰ ਫਿਰ ਵੀ ਬੇਨਤੀ ਕਰਾਂ ਕਿ ਅਧਿਆਤਮਿਕਤਾ ਵਿੱਚ ਚਰਨਾਂ ਦੀ ਬਹੁਤ ਵੱਡੀ ਥਾਂ ਦਿੱਤੀ ਗਈ ਹੈ। ਪੈਰ ਜਿਹਨੂੰ ਕਹਿੰਦੇ ਭਾਈ ਸਾਹਿਬ ਨੇ ਇੱਕ ਸਵਾਲ ਵੀ ਕੀਤਾ ਕਿ ਸਾਰੇ ਚਿੰਨ੍ਹਾਂ ਨੂੰ ਛੱਡ ਕੇ ਚਰਨ ਕਿਉਂ ਪੂਜੇ ਜਾਂਦੇ ਆ? ਸਭ ਚੇਨ ਛੱਡ ਪੂਜੀਆਂ ਕੌਣ ਕਰਮ ਕਮਾਉਂਦੇ, ਪੈਰ ਕੀ ਕਰਦੇ ਆ? ਉੱਥੇ ਭਾਈ ਸਾਹਿਬ ਨੇ ਗੁਰਸਿੱਖ ਦੇ ਪੈਰਾਂ ਬਾਰੇ ਕਿਹਾ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ, ਵਤਨ ਪਰਉਪਕਾਰ ਨੂੰ ਕਰ ਪਾਰ ਵਸਾਂਦੇ। ਅੱਗੇ ਕਹਿੰਦੇ ਮੇਰੀ ਖੱਲੋ ਮੌਜੜੇ ਗੁਰਸਿੱਖ ਹੰਡਾਂਦੇ। ਹੁਣ ਇੱਥੇ ਜਿਹੜਾ ਚਰਨ ਕਮਲ ਹੈ ਬਾਹਰ ਮੁਖੀ ਵਜੂਦ ਤੇ ਬਣੇਗਾ। ਚਰਨ ਕਮਲ, ਕਮਲ ਦੇ ਫੁੱਲ ਵਰਗੇ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੰਨੇ ਵੀ ਬਾਹਰ ਮੁਖੀ ਸ਼ਬਦ ਦਿੱਤੇ ਆ ਜਿਹੜੇ ਵਰਤਨੇ, ਉਹਨਾਂ ਦੇ ਅੰਦਰੂਨੀ ਅਰਥ ਵਿੱਚ ਬਾਣੀ ਦੀ ਰੱਖ ਦਿੱਤੇ ਆ। ਹੁਣ ਜਦੋਂ ਗੁਰੂ ਦੇ ਚਰਨ ਕਮਲ, ਪਰਮਾਤਮਾ ਦੇ ਚਰਨ ਕਮਲ, ਫਿਰ ਗੁਰੂ ਸਾਹਿਬ ਉਹਨੂੰ ਬਾਣੀ 'ਚ ਕਹਿੰਦੇ ਆ, ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਬੰਨ੍ਹ ਲੈਣਾ, ਗੁਰੂ ਦੇ ਸ਼ਬਦ ਨੂੰ ਟਿਕਾ ਲੈਣਾ, ਗੁਰੂ ਦੇ ਸ਼ਬਦ ਨੂੰ ਮੰਨ ਲੈਣਾ। ਸੱਚੇ ਵਿੱਚ ਜਿਹਦੇ ਹਿਰਦੇ ਵੀ ਸ਼ਬਦ ਟਿਕ ਗਿਆ, ਸਮਝੋ ਰੱਬ ਦੇ ਚਰਨ ਟਿਕ ਗਏ ਆ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਿਹਾ ਕਿ ਸਗਲੇ ਜਨ ਸਾਰਿਆਂ ਦਾ ਉਧਾਰ ਚਰਨ ਕਮਲਾਂ ਦੀ ਓਟ ਲੈ ਕੇ, ਉਸ ਸ਼ਬਦ ਨੂੰ ਕਮਾ ਕੇ, ਨਾਮ ਨੂੰ ਕਮਾ ਕੇ ਹੋਇਆ ਹੈ। ਸੁਣ ਪ੍ਰਤਾਪ ਗੋਵਿੰਦ ਨਿਰਭਉ ਭਏ ਮਨ। ਸੁਣ ਪ੍ਰਤਾਪ ਗੋਬਿੰਦ ਨਿਰਭਉ ਭੈ ਮਨ। ਉਹਨਾਂ ਨੇ ਗੋਬਿੰਦ ਦੇ ਪ੍ਰਤਾਪ ਨੂੰ ਸੁਣ ਕੇ, ਪਰਮੇਸ਼ਵਰ ਦੀ ਸਿਫਤ ਨੂੰ ਸੁਣ ਕੇ, ਜਿਹੜੇ ਹਿਰਦੇ ਡਰਨ ਵਾਲੇ ਸਨ, ਜਿਹੜੇ ਹਿਰਦੇ ਭੈ ਵੀ ਸਨ, ਉਹਨਾਂ ਨੇ ਗੋਬਿੰਦ ਦਾ ਪ੍ਰਤਾਪ ਸੁਣਿਆ, ਉਹਦੀ ਸਿਫਤ ਸੁਣੀ। ਵੈਸੇ ਪ੍ਰਤਾਪ ਦਾ ਅਰਥ ਯਸ਼ ਵੀ ਆਪਾਂ ਕਰਨੇ, ਜਿਵੇਂ ਗੁਰੂ ਸਾਹਿਬ ਨੇ ਕਿਹਾ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ। ਗੁਰੂ ਸਾਹਿਬ ਕਹਿੰਦੇ ਨੇ ਉਹ ਜਿੰਨੇ ਜੀਵ ਨੇ, ਜਿੰਨੇ ਨੇ, ਉਹ ਸਾਰੇ ਨਿਰਭਉ ਤਾਂ ਹੋ ਗਏ ਮਾਨਸਿਕ ਤੌਰ ਤੇ, ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਪ੍ਰਤਾਪ ਸੁਣਿਆ, ਉਹਦਾ ਯਸ਼ ਸੁਣਿਆ ਹੈ। ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ। ਹੁਣ ਉਹਨਾਂ ਨੇ ਪਰਮਾਤਮਾ ਦੇ ਨਾਮ ਧਨ ਨੂੰ ਸੰਚਿਤ ਕੀਤਾ, ਇਕੱਠਾ ਕੀਤਾ, ਉਹਦੇ ਵਿੱਚ ਟੋਟਾ ਕਦੀ ਨਹੀਂ ਆਉਂਦਾ। ਬਾਕੀ ਸਾਰੀ ਮਾਰਕੀਟ ਕਰੈਸ਼ ਹੋ ਸਕਦੀ ਹੈ, ਨਾਮ ਵਾਲੀ ਮਾਰਕੀਟ ਕਦੀ ਕਰੈਸ਼ ਨਹੀਂ ਹੋਣੀ। ਨਾਮ ਜਿੰਨਾ ਕੋਈ ਜਪਦਾ, ਉਹ ਨਾਮ ਧਨ ਐਸਾ ਹੈ, ਇਹਦੇ ਨੇੜੇ ਕੋਈ ਆ ਵੀ ਨਹੀਂ ਸਕਦਾ। ਨਾ ਚੋਰ, ਨਾ ਉਚੱਕਾ, ਨਾ ਕੋਈ ਡਾਕੂ, ਨਾ ਬਟਪਾਰ। ਇੱਥੋਂ ਤੱਕ ਗੁਰੂ ਰਾਮਦਾਸ ਕਹਿੰਦੇ ਨੇ, ਪਿਓ ਦੀ ਜ਼ਮੀਨ ਵੰਡਣ ਲਈ ਭਰਾ
ਗੱਜ ਲੈ ਕੇ ਆ ਜਾਂਦੇ ਆ, ਰਸੀਆਂ ਰੱਖ ਰੱਖ ਕੇ ਮਾਪਦੇ ਆ ਪੈਲੀ, ਕਹਿੰਦੇ ਤੂੰ ਨਾਮ ਬੰਦਗੀ ਕਰਕੇ ਦੇਖ, ਇੱਥੇ ਮਾਂ ਜਾਏ ਭਰਾ ਵੀ ਹਿੱਸਾ ਨਹੀਂ ਬਣਾ ਸਕਦੇ, ਇਹ ਤੇਰਾ ਹੀ ਤੇਰਾ ਹੈ, ਤੂੰ ਟੁੱਟ ਕੇ ਦੇ ਦਾਂ, ਗੱਲ ਵੱਖਰੀ ਹੈ। ਨਾਮ ਤਨ ਸੰਚੈ ਦਾ ਕਦੀ ਟੋਟਾ ਨਹੀਂ ਆਉਂਦਾ। ਤਿੱਚਰ ਮੂਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨ ਮਾਲ। ਇਹ ਧਨ ਅਖੁੱਟ, ਨਾਨ ਖੁੱਟੈ ਨਾ ਜਾਏ, ਇਹਨੇ ਕਦੀ ਨਹੀਂ ਜਾਣਾ। ਮਹਾਰਾਜ ਕਹਿੰਦੇ ਨੇ ਇਹ ਅਖੁੱਟ ਹੈ। ਗੁਰੂ ਸਾਹਿਬ ਜੀ ਬਚਨ ਕਰ ਰਿਹਾ ਕਿ ਦੇਖੋ ਜਿਨੇ ਨਾਮ ਧਨ ਸੰਚਿਆ, ਨਾਮ ਧਨ ਇਕੱਤਰ ਕੀਤਾ ਹੈ, ਇਸ ਨੇ ਕਦੀ ਨਖੁੱਟਣਾ ਨਹੀਂ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨ। ਸੰਤ ਜਨਾ ਸੋ ਸੰਗ ਪਾਈਐ ਵੱਡਾ ਪੁੰਨ। ਵੱਡਾ ਪੁੰਨ ਦਾ ਅਰਥ ਕਰਾਂਗੇ ਵੱਡੇ ਭਾਗ, ਬਹੁਤ ਵੱਡੇ ਕੀਤੇ ਪੁੰਨ। ਜਿਨ੍ਹਾਂ ਨੇ ਬਹੁਤ ਪੁੰਨ, ਵੱਡੇ ਭਾਗ ਨੇ, ਉਹਨਾਂ ਨੂੰ ਐਸੇ ਸੰਤ ਜਨਾਂ ਦੀ ਸੰਗਤ ਮਿਲਦੀ ਜਿਹਦਾ ਸ਼ਲੋਕ ਵੀ ਜ਼ਿਕਰ ਕੀਤਾ ਹੈ, ਜਿਹੜੇ ਪ੍ਰਮਾਤਮਾ ਦੇ ਨਾਮ ਦੇ ਆਸਰੇ, ਕੀਰਤਨ ਦੇ ਆਸਰੇ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਆਠ ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਉਹ ਅੱਠੇ ਪੈਰ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ ਤੇ ਰੋਜ਼ਾਨਾ ਆਪਣੇ ਕੰਨਾਂ ਨਾਲ ਹਰੀ ਦਾ ਜਸ ਹੀ ਸੁਣਦੇ ਨੇ। ਐਸੇ ਸੰਤ ਜਨਾਂ ਦੀ ਸੰਗਤ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਗੁਰਮਖੋ ਆਪ ਚੱਲ ਕੇ ਆਉਂਦੇ ਹੋ, ਕਿਤੇ ਵੀ ਸਤ ਸੰਗਤ ਵੀ ਜਾਂਦੇ ਹੋ, ਗੁਰਬਾਣੀ ਕੀਰਤਨ ਪਾਠ, ਪਹਿਲਾ ਸ਼ੁਕਰ ਇਹ ਕਰਿਆ ਕਰੋ ਵੀ ਤੇਰਾ ਧੰਨਵਾਦ। ਮਨ ਟਿਕੇ ਨਾ ਟਿਕੇ ਇਹ ਅਗਲੀ ਬਾਤ ਹੈ, ਤੇਰਾ ਸ਼ੁਕਰਾਨਾ ਘੱਟੋ ਘੱਟ ਖਿੱਚ ਕੇ ਆਪਣੇ ਸੰਗਤ ਵਿੱਚ ਤਾਂ ਲੈ ਆਇਆ ਨਾ। ਇਹਨੂੰ ਚੰਗੇ ਭਾਗਾਂ ਦੀ ਨਿਸ਼ਾਨੀ ਸਮਝ ਕੇ ਚੱਲੀਏ, ਇਹਨੂੰ ਖੁਸ਼ਕਿਸਮਤੀ ਸਮਝੀਏ। ਵੱਡ ਭਾਗੀ ਹਰ ਸੰਗਤ ਪਾਵੇ, ਵੱਡਿਆਂ ਭਾਗਾਂ ਨਾਲ ਗੁਰੂ ਦੀ, ਪਰਮਾਤਮਾ ਦੀ, ਗੁਰਮੁਖਾਂ ਦੀ ਸੰਗਤ ਮਿਲਦੀ ਹੈ। ਅੱਜ ਬੜਾ ਇਤਿਹਾਸਕ ਇੱਕ ਦਿਨ ਵੀ ਹੈ, ਇਤਿਹਾਸਕ, ਔਰ ਇਹ ਹਿਸਟਰੀ ਮੇਰੇ ਨਾਂ ਕਹਿਣ ਨਾਲ, ਤੁਹਾਡੇ ਨਾਂ ਕਹਿਣ ਨਾਲ ਇਹਨੇ ਲੁਕਣੀ ਨਹੀਂ। ਅੱਜ 31 ਅਕਤੂਬਰ ਹੈ। ਅੱਜ ਦੇ ਦਿਨ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ ਸ਼ਹੀਦ ਹੋਏ ਸਨ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਸ਼ਹੀਦ ਹੋਏ ਸਨ। ਫਿਰਕਾ ਪ੍ਰਸਤੀ ਚ ਸਮਰਥ ਕਰਿਓ। ਜਿਸ ਦਰਬਾਰ ਵਿੱਚ ਅਸੀਂ ਬੈਠੇ ਹਾਂ, ਇਹਦੀ ਹਿਸਟਰੀ, ਇਹਦਾ ਇਤਿਹਾਸ ਬੋਲ ਕੇ ਕਹਿੰਦਾ ਹੈ ਕਿ ਜਿਸ ਨੇ ਇਸ ਦੇ ਦਰਬਾਰ ਨਾਲ ਮੱਥਾ ਲਾਇਆ, ਪਿਆਰਿਓ ਚੇਤੇ ਰੱਖਿਓ, ਉਹ ਬਚ ਨਹੀਂ ਸਕਿਆ। 84 ਵਿੱਚ ਜੋ ਹੋਇਆ, ਇਹਨੂੰ ਭੁੱਲਿਆ ਨਹੀਂ ਜਾ ਸਕਦਾ। ਆਪ ਸਭ ਨੂੰ ਪਤਾ ਹੈ। ਕੱਲਾ ਸ਼੍ਰੀ ਅਕਾਲ ਤਖਤ ਸਾਹਿਬ, ਹਰਮੰਦਰ ਸਾਹਿਬ ਹੀ ਨਹੀਂ, ਪੰਜਾਬ ਦੇ ਅਨੇਕਾਂ ਗੁਰਦੁਆਰਿਆਂ ਤੇ ਹਮਲੇ ਕੀਤੇ ਗਏ। ਤੇ ਮੈਂ ਫਿਰ ਵੀ ਇੱਕ ਅਰਜ਼ ਕਰਾਂਗਾ, ਦੁਬਾਰਾ ਫਿਰ ਇਸ ਚਿੰਗਾੜੀ ਨੂੰ ਨਾ ਛੇੜੇ ਕੋਈ ਧੜਾ। ਜਿਵੇਂ ਅੱਜ ਕੱਲ੍ਹ ਮਾਹੌਲ ਚੱਲ ਰਿਹਾ, ਕਿਸਾਨ ਵੀਰ ਨੇ ਉਹ ਸੜਕਾਂ ਤੇ ਬੈਠੇ ਹੋਏ ਆ। ਕਿਉਂ ਇਹਨਾਂ ਦਾ ਹੱਕ ਖੋ ਕੇ ਲਿਜਾਣ ਦਾ ਯਤਨ ਕਰ ਰਹੇ ਹਾਂ? ਅਸੀਂ ਬੀਤੀ ਹੋਈ ਹਿਸਟਰੀ ਤੋਂ ਜ਼ਰੂਰ ਸੇਧ ਲਈਏ। ਇਹ ਕਿਸੇ ਨਾਲ ਧੱਕਾ ਨਹੀਂ ਕਰ ਰਹੇ। ਬਾਕੀ ਸਾਰੀਆਂ ਚੀਜ਼ਾਂ ਦੇ ਮੁੱਲ ਜਿਹੜੇ ਨੇ ਉਹ ਆਪ ਨਿਰਧਾਰਤ ਬੰਦਾ ਕਰਦਾ ਹੈ। ਇਹ ਵਿਚਾਰਾ ਬੇਵਸ ਹੈ, ਇਹਦੇ ਅਨਾਜ ਦਾ ਮੁੱਲ ਕਿਸੇ ਹੋਰ ਨੇ ਨਿਰਧਾਰਤ ਕਰਨਾ ਹੈ ਤੇ ਉਸ ਨਿਰਧਾਰਤ ਨੂੰ ਵੀ ਖਾਇਆ ਜਾ ਰਿਹਾ ਹੈ। ਸਰਦਾਰ ਬੇਅੰਤ ਸਿੰਘ, ਉਹਨੇ ਟੱਠਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਦੇਖਿਆ, ਉਹਨੇ ਹਰਮੰਦਰ ਸਾਹਿਬ ਨੂੰ ਧੁਆਖਿਆਂ ਦੇਖਿਆ। ਵੇਖੋ, ਮੇਰਾ ਫਰਜ਼ ਬਣਦਾ ਹੈ ਤੇ ਜੋ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਹੈ, ਉਸ ਕੈਲੰਡਰ ਵਿੱਚ ਉਹਨਾਂ ਦੀ ਸ਼ਹਾਦਤ ਦਾ ਜ਼ਿਕਰ ਹੈ। ਉਹਨੇ ਦੇਖਿਆ ਕਿਹੜੀ ਜਥੇਬੰਦੀ ਸੀ ਉਹਦੀ, ਜੀ ਕਿਹੜੀ ਸੰਪਰਦਾ ਨਾਲ ਜੁੜਿਆ ਸੀ। ਕੋਈ ਜਥੇਬੰਦੀ, ਕੋਈ ਸੰਪਰਦਾ ਨਹੀਂ, ਉਹਦੇ ਅੰਦਰ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਵਸੀ ਹੋਈ ਸੀ। ਉਸਨੇ ਇਸ ਤਖਤ ਨੂੰ ਦੇਖਿਆ। ਆਪ ਜੀ ਨੂੰ ਪਤਾ ਹੈ, ਮੈਂ ਪਰਸੋਂ ਚੌਥ ਕਿਹਾ ਸੀ ਕਿ ਜਿੱਦਣ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਜੋ ਸ਼੍ਰੋਮਣੀ ਕਮੇਟੀ ਨੇ ਉਹ ਕਿਤਾਬਚਾ ਛਾਪਿਆ, ਉਹਦੇ ਵਿੱਚ ਲਿਖਿਆ ਜਦੋਂ ਜੂਨ 84 ਵਿੱਚ ਦੁਬਾਰਾ ਸੇਵਾ ਸ਼ੁਰੂ ਹੋਈ,
ਪ੍ਰਕਾਸ਼ ਹੋਇਆ ਮਹਾਰਾਜ ਜੀ ਦਾ। ਕਹਿੰਦੇ ਉਸ ਵਕਤ ਤੋਂ ਮਾ ਜੋ ਉੱਥੇ ਲਿਖਿਆ ਹੈ ਕਿ ਗੁਰੂ ਅਰਜੁਨ ਦੇਵ ਦਾ ਬਚਨ ਆਇਆ ਸੀ, ਕਿਸੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰਲਸੀ। ਉਦੋਂ ਆਇਆ ਜੋ ਇਹਨਾਂ ਦੀ ਲਿਖਤ ਮੁਤਾਬਕ 31 ਅਕਤੂਬਰ ਨੂੰ। ਮੈਂ ਬੇਨਤੀ ਕੀਤੀ, ਕਈਆਂ ਨੂੰ ਹੋ ਸਕਦਾ ਹੈ ਗੱਲ ਭਾਏ ਨਾ, ਪਰ ਅਸੀਂ ਇਸ ਸੰਗਤ ਦਾ, ਇਸ ਘਰ ਦਾ ਲੂਣ ਖਾਂਦੇ ਹਾਂ। ਨਾ ਬੋਲੋਗੇ ਅੱਜ 100 ਸਾਲ ਬਾਅਦ ਫਿਰ ਬੋਲੀ ਗਈ ਚੀਜ਼। ਹਿਸਟਰੀ ਨੂੰ ਕੋਈ ਨਹੀਂ ਲੁਕਾ ਸਕਦਾ। 31 ਅਕਤੂਬਰ ਨੂੰ ਸਵੇਰੇ ਇਸੇ ਹੁਕਮ ਨਾ ਆਇਆ ਸੀ। ਉਦੋਂ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਾਨ ਤੁਧ ਰਾਖ ਲਿਆ ਹਰ ਜੀਓ, ਹਰ ਨਾਕਸ਼ ਮਾਰ ਬਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨਮੁਖ ਭਰਮ ਭੁਲਾਇਆ। ਉਹਨੇ ਆ ਕੇ ਦੇਖਿਆ, ਖੂਨ ਦੇ ਅਥਰੂ ਰੋਇਆ, ਉਸ ਦਾ ਧੁਰ ਅੰਦਰ ਜਾਗਿਆ। ਤੇ ਸਿੱਖਾਂ ਵਿੱਚ ਇਹ ਜੋੜੀਆਂ ਮੈਂ ਕਈ ਵਾਰੀ ਸੋਚਣਾ, ਸਾਹਿਬਜ਼ਾਦਿਆਂ ਤੋਂ ਜਿਵੇਂ ਸ਼ੁਰੂ ਕਰਨੇ ਆ, 2 ਜੋੜੀਆਂ ਚਮਕੌਰ ਨੇ, 2 ਸਰਹੰਦ ਨੇ। ਇੱਧਰ ਤੁਸੀਂ ਦੇਖੋ, ਸੁੱਖਾ ਸਿੰਘ ਮਹਿਤਾਬ ਸਿੰਘ ਨੇ, ਬੇਅੰਤ ਸਿੰਘ ਸਤਵੰਤ ਸਿੰਘ ਨੇ, ਸੁਖਦੇਵ ਸਿੰਘ ਸਿੱਖਾ, ਹਰਜਿੰਦਰ ਸਿੰਘ ਜਿੰਦਾ। ਪਤਾ ਨਹੀਂ ਸਤਿਗੁਰੂ ਇਹ ਜੋੜੀਆਂ 'ਚ ਤੂੰ ਕਿਰਪਾ ਕੀ ਵਰਤਾਨਾ ਹੈ। ਅੱਜ ਦਾ ਉਹਨਾਂ ਦਾ ਦਿਨ ਸ਼ਹਾਦਤ ਵਾਲਾ ਹੈ ਤੇ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨੂੰ। ਹਰ ਸਿੱਖ ਦਾ ਬੱਚਾ ਉਹਨਾਂ ਨੂੰ ਯਾਦ ਕਰੇਗਾ। ਤੇ ਜੋ ਕੁਝ ਵਾਪਰਿਆ, ਫਿਰ ਘਟਨਾ ਤਾਂ ਦਿੱਲੀ ਵਾਪਰੀ, ਕਾਨਪੁਰ ਕੀ ਹੋਇਆ, ਬਕਾਰੋ ਕੀ ਹੋਇਆ। ਪਿਆਰਿਓ, ਜਿਨ੍ਹਾਂ ਨੂੰ ਦੰਗੇ ਕਹਿੰਦੇ ਆ, ਨੰਗਾ ਨਾਚ ਹੋਇਆ ਇਸ ਧਰਤੀ ਤੇ, ਇਸ ਮੁਲਕ ਵਿੱਚ। ਤੇ ਪਹਿਲੀ ਵਾਰ ਸੀ ਇਸ ਮੁਲਕ 'ਚ ਜਦੋਂ ਆਪਣੇ ਮੁਲਕ ਦੇ ਬਸ਼ੰਦਿਆਂ ਨੂੰ ਮਾਰਨ ਵਾਸਤੇ 84 ਵਿੱਚ ਫੌਜ ਚੜ ਕੇ ਆਈ ਸੀ। ਫੌਜ ਤਾਂ ਸਰਹੱਦਾਂ ਤੇ ਲੜਦੀ ਹੁੰਦੀ ਹੈ, ਪਰ ਇਹ ਸਤਿਗੁਰੂ ਦਾ ਸਾਜਿਆ ਹੋਇਆ ਪੰਥ ਹੈ। ਮੈਂ ਫਿਰ ਬੇਨਤੀ ਕਰਾਂਗਾ, ਅੱਜ ਕੱਲ੍ਹ ਵੀ ਠਰਮੇ ਨਾਲ, ਦ੍ਰਿੜਤਾ ਨਾਲ ਤੇ ਸੁਹਿਰਦਤਾ ਨਾਲ, ਦੇ ਲੰਮੀ ਨਦਰ ਨਿਹਾਲੀਏ ਨਾਲ ਕਦਮ ਪੁੱਟਣ ਦੀ ਲੋੜ ਹੈ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ। ਮੇਰੇ ਤੋਂ ਮੈਂ ਇਹ ਸ਼ਬਦ ਕਹਿਣੇ ਸਨ ਜ਼ਰੂਰ, ਤੇ ਪ੍ਰਬੰਧ ਵੱਲੋਂ ਵੀ ਸੀ ਜੀ ਵੀ ਅੱਜ ਇਹ ਦਿਨ ਹੈ। ਅਸੀਂ ਭਾਈ ਸਾਹਿਬ ਭਾਈ ਬੇਅੰਤ ਸਿੰਘ ਜੀ, ਬੇਅੰਤ ਨੇ ਬੇਅੰਤ ਨੂੰ ਪ੍ਰੇਰਿਆ, ਬੇਅੰਤ ਪਰਮਾਤਮਾ ਨੇ ਬੇਅੰਤ ਸਿੰਘ ਨੂੰ ਪ੍ਰੇਰਿਆ। ਉਹਨਾਂ ਜਿਹੜਾ ਕਹਿੰਦਾ ਸੀ ਮੇਰਾ ਕਦੀ ਅੰਤ ਨਹੀਂ, ਬੇਅੰਤ ਨੇ ਉਹਦਾ ਅੰਤ ਕਰ ਦਿੱਤਾ। ਅੱਜ ਉਹਨਾਂ ਗੁਰਸਿੱਖਾਂ ਨੂੰ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਜੀ, ਚਲੋ ਭਾਵੇਂ ਬਾਅਦ 'ਚ, ਉਹਨਾਂ ਨੂੰ ਆਪਾਂ ਸਮੂਹ ਸੰਗਤ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਨੇ ਆ। ਇਸ ਕੌਮ ਨੂੰ ਦਾਤਾ ਚੜ੍ਹਦੀ ਕਲਾ ਬਖਸ਼ੇ, ਇਹ ਸਰਬੱਤ ਦਾ ਭਲਾ ਮੰਗਦੀ ਹੋਈ ਅੱਗੇ ਵੱਧਦੀ ਜਾਏ। ਇਸ ਅੰਮ੍ਰਿਤ ਬਚਨ ਦੇ ਅਖੀਰਲੀਆਂ ਤੁਕਾਂ ਸਰਵਣ ਕਰੋ ਜੀ। ਸੰਤ ਜਨਾ ਸਿਉ ਸੰਗ, ਪਾਈਐ ਵੱਡਾ ਪੁੰਨਾ, 8 ਪਹਿਰ ਹਰ ਧਿਆਏ, ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।